ते देश मेरे दे ऐ मजदूरों किरती ते करसानों क्यों जे सुत्ते गूढ़ी नींदे अपने फर्ज पछानो अन्नी पीवे कुत्ती चट्टे दुध दी राखी माणो उठो खंजरा होश संभालो हुण ना लम्मियां ताणो साडा ये नारा। ਜਿਹੜੀਆਂ ਵੀ ਸਰਕਾਰਾਂ ਇਹ ਸੂਬਾ ਸਰਕਾਰਾਂ ਜਾਂ ਕੇਂਦਰ ਖਾਸ ਕਰਕੇ ਕੇਂਦਰ ਸਰਕਾਰਾਂ ਨੇ ਉਹ ਕਿਸਾਨਾਂ ਦੇ ਨਾਲ ਸਮੇਂ-ਸਮੇਂ ਇਹਨਾਂ ਨੇ ਜਿਹੜਾ ਉਹ ਧੋਖਾ ਕੀਤਾ। 25 ਨੂੰ ਅਸਾਂ ਧਰਨੇ ਲਾਏ 100% ਧਰਨੇ ਲਾਏ ਕੋਈ ਕੀੜੀ ਨਹੀਂ ਸੜਕ ਤੋਂ ਦੀ ਲੰਘੀ। ਮੈਂ ਪੁੱਛਣਾ ਅਕਾਲੀ ਦਲ ਵਾਲਿਆਂ ਨੂੰ ਤੁਸੀਂ ਸੜਕਾਂ ਤੇ ਧਰਨਾ ਲਾ ਕੇ ਕੀ ਰੋਕਣ ਗਏ? ਸਾਡਾ ਅਕਾਲੀ ਦਲ ਦਾ ਇੱਕੋ ਹੀ ਨਾਰਾ ਸਭ ਤੋਂ ਜ਼ਿਆਦਾ ਸਾਨੂੰ ਕਿਸਾਨ ਪਿਆਰਾ। ਬਿਲਕੁਲ ਗਲਤ ਗੱਲ ਆ ਜੀ, ਉਹਨਾਂ ਨੂੰ ਕਿਸਾਨ ਨਹੀਂ ਪਿਆਰਾ। ਅਕਾਲੀ ਦਲ ਦਾ ਇੱਕੋ ਨਾਰਾ ਉਹਨਾਂ ਨੂੰ ਆਪਣੀ ਕੁਰਸੀ ਪਿਆਰੀ ਤੇ ਉਹਨਾਂ ਨੂੰ ਆਪਣੀਆਂ ਜਾਇਦਾਦਾਂ ਪਿਆਰੀਆਂ। ਉਹ ਤੁਰ ਪੈਣਗੇ ਜਦ ਇਕੱਠੇ ਲੋਕ ਗਨ ਬੰਦੂਕਾਂ ਸਕਣ ਨਾ ਰੋਕ ਤੁਰ ਪਏ ਜਦ ਲੋਕਾਂ ਦੇ ਢਾਣੇ ਮੂੰਹ ਸਬੀਨਾਂ ਦੇ ਰੁਕ ਜਾਣਗੇ। ਅਸੀਂ ਸਾਰੇ ਦੇਸ਼ ਨੂੰ ਅੰਨਦਾਤਾ ਦੇਣ ਵਾਲੇ ਲੋਕਾਂ ਦੀ ਸਿਹਤਾਂ ਮੰਗਣ ਵਾਸਤੇ ਖੁਸ਼ੀਆਂ ਮੰਗਣ ਵਾਸਤੇ ਆ। ਸਾਡੀ ਕੌਮ ਇਸ ਤਰ੍ਹਾਂ ਦੀ ਹੈ ਪਰ ਮੋਦੀ ਸਾਹਿਬ ਨੇ ਸਾਡੀ ਕੌਮ ਨੂੰ ਬਹੁਤ ਰੋਲਿਆ। ਫਿਰ ਇਹ ਕਹਿੰਦੇ ਅਨਪੜ੍ਹ ਕੋਈ ਬੰਦਾ ਗ੍ਰੈਜੂਏਟੋਂ ਘੱਟ ਨਹੀਂਗਾ। ਮੈਂ ਪੋਸਟ ਗ੍ਰੈਜੂਏਟ ਹਾਂ, ਮੈਂ ਵੀ ਪੱਥਾਂ ਤੇ ਬੈਠਾ ਆ ਵੀ ਗ੍ਰੈਜੂਏਟ ਸਾਰੇ ਪਤਾ। ਸਾਨੂੰ ਕੌਣ ਕਹਿਣ ਵਾਲਾ ਅਨਪੜ੍ਹ ਤੇ ਇਹ ਨੇ ਜਿਹਨਾਂ ਨੂੰ ਇਹ ਨਹੀਂ ਪਤਾ ਵੀ ਕਿਸਾਨੀ ਹੈ ਕੀ ਹੈ। ਕਿਸਾਨ ਦੇ ਨਾਲ ਡਟ ਕੇ ਰਵਾਂਗੇ ਤੇ ਆਪਣਾ ਹੱਕ ਲੈ ਕੇ ਰਵਾਂਗੇ। ਜਿਹੜਾ ਤੁਸੀਂ ਕਮਾਇਆ ਸੀ ਇਕੱਠਾ ਕੀਤਾ ਸੀ ਉਹ ਲੱਗਦਾ ਹੈ ਜੀ ਕਹਿੰਦੇ ਆ ਕੋਈ ਅੰਬਾਨੀ ਅਡਾਨੀ ਆ ਰਿਹਾ ਤੇ ਲੈ ਕੇ ਜਾਊਗਾ। ਉਹ ਤੇ ਚੀਜ਼ਾਂ ਹੀ ਐਸੇ ਕਰੇ ਤੇ ਮਰਨ ਨੂੰ ਤਿਆਰ ਹੋਏ ਆ। ਉਹ ਤਾਂ ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ, ਅਸੀਂ ਪਹਿਲਾਂ ਮਰਾਂਗੇ। ਕੰਡੇ ਬੀਜੇ ਨੇ ਤੇ ਅਸੀਂ ਉਹਨਾਂ ਅੱਗੇ ਕੰਡੇ ਬੀਜਣੇ ਨੇ। ਹੁਣ ਇਸ ਕਰਕੇ ਸਾਰੇ ਆਪਾਂ ਇਕੱਠ ਕੀਤਾ। ਅਸੀਂ ਦੱਸਦੇ ਹੀ ਉਹਨਾਂ ਨੂੰ ਵੀ ਸਾਡੇ 'ਚ ਵੀ ਕੋਈ ਏਕਤਾ ਹੈਗੀ ਹੈ। ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਪਰ ਅਸੀਂ ਆਪਣੇ ਜ਼ਿਮੀਂਦਾਰਾਂ ਨਾਲ ਦਿਨ ਰਾਤ ਖੜੇ ਹਾਂ। ਤੁਸੀਂ ਤਾਂ ਪਟੜੀ ਤੇ ਆ ਗਏ ਹੋ, ਸਰਕਾਰਾਂ ਕਦੋਂ ਪਟੜੀ ਤੇ ਆਉਣਗੀਆਂ? ਅਸੀਂ ਉਹਨਾਂ ਦੇ ਮਗਰ ਜਾਂਦੇ ਸੀ ਪਾਰਟੀਆਂ ਦੇ, ਹੁਣ ਪਾਰਟੀਆਂ ਕਿਸਾਨਾਂ ਮਗਰ ਆਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੇਵਾ ਕੌਮ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਇਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਜਦ ਤੋਂ ਸਿੱਖ ਕੌਮ ਸਿਰਜੀ ਗਈ ਹੈ ਸੰਘਰਸ਼ਾਂ ਦੇ ਨਾਲ ਇਹਨਾਂ ਦਾ ਪਰਛਾਵੇਂ ਵਰਗਾ ਸਾਥ ਹੈ। ਸੰਘਰਸ਼ਾਂ ਦਾ ਨਿਤ ਸਾਹਮਣਾ ਕਰਨਾ ਇਹਨਾਂ ਦੇ ਆਦਤਾਂ ਦੇ ਵਿੱਚ ਸ਼ਾਮਲ ਹੈ। ਸੋ ਗੱਲ ਕੀਤੀ ਜਾ ਰਹੀ ਮੌਜੂਦਾ ਸਮੇਂ ਦੇ ਵਿੱਚ ਕਿਸਾਨੀ ਦੀ। ਬੇਸ਼ੱਕ ਕੇਂਦਰ ਸਰਕਾਰ ਜਿਹੜੀ ਹੈ ਦਾਅਵੇ ਕਰ ਰਹੀ ਹੈ, ਬੀਜੇਪੀ ਦਾਅਵੇ ਕਰ ਰਹੀ ਹੈ ਔਰ ਉਹਦੇ ਨਾਲ ਅਕਾਲੀ ਦਲ ਵੀ ਦਾਅਵੇ ਕਰ ਰਿਹਾ ਸੀ ਕਿ ਇਹ ਬਿੱਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲਾ, ਕਿਸਾਨਾਂ ਦੇ ਹੱਕ 'ਚ ਹੈ, ਕਿਸਾਨਾਂ ਲਈ ਖੁਸ਼ਹਾਲੀ ਲੈ ਕੇ ਆਏਗਾ, ਕਿਸਾਨਾਂ ਨੂੰ ਆਜ਼ਾਦ ਕਰੇਗਾ। ਪਰ ਅਚਾਨਕ ਅਸੀਂ ਹੁਣ ਦੇਖ ਰਹੇ ਹਾਂ ਕਿ ਇਹ ਬਿੱਲ ਦੀ ਸੱਚਾਈ ਬਾਹਰ ਆਉਂਦਿਆਂ ਹੀ ਕਿਸਾਨ ਜਥੇਬੰਦੀਆਂ ਇਸ ਬਿੱਲ ਦੇ ਵਿਰੋਧ 'ਚ ਨੇ। ਬੇਸ਼ੱਕ ਪੂਰੇ ਦੇਸ਼ ਦੇ ਵਿੱਚ ਵਿਰੋਧ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਉੱਠਿਆ ਜਿਹੜਾ ਭਾਂਬੜ ਹੈ ਇਹ ਕਿਸੇ ਕੋਲੋਂ ਥੰਮ ਨਹੀਂ ਰਿਹਾ। ਸੋ ਅਸੀਂ ਅੱਜ ਪਹੁੰਚੇ ਹਾਂ ਗੁਰਦਾਸਪੁਰ ਦੇ ਵਿੱਚ। ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਬਾਹਰ ਪਲੇਟਫਾਰਮ ਦੇ ਬਿਲਕੁਲ ਨਜ਼ਦੀਕ ਕਿਸਾਨ ਵੀਰ ਜਿਹੜੇ ਨੇ ਉਹ ਰੇਲਵੇ ਦੀ ਪਟੜੀ ਦੇ ਉੱਪਰ ਨੁਕੀਲੇ ਪੱਥਰਾਂ ਦੇ ਉੱਤੇ ਇਹ ਜੋ ਕੱਪੜੇ ਦੀ ਇੱਕ ਕਨਾਤ ਲਗਾ ਕੇ ਉਹਦੇ ਹੇਠਾਂ ਬੈਠੇ ਹੋਏ ਨੇ ਕਿਉਂਕਿ ਆਪਣਾ ਭਵਿੱਖ ਬਚਾਉਣ ਵਾਸਤੇ ਬੈਠੇ ਨੇ। ਆਉਣ ਵਾਲਾ ਭਵਿੱਖ ਆਪਣੇ ਬੱਚਿਆਂ ਦੇ ਲਈ ਇਹ ਕੀ ਕਰਕੇ ਜਾਣਗੇ, ਬੱਚੇ ਇਹਨਾਂ ਨੂੰ ਪੁੱਛਣਗੇ ਕਿਉਂਕਿ ਬੱਚਿਆਂ ਨੇ ਸਵਾਲ ਕਰਨਾ ਹੈ ਕਿ ਤੁਸੀਂ ਕੀਤਾ ਕੀ? ਜੇ ਸਰਕਾਰਾਂ ਨੇ ਧੱਕਾ ਕੀਤਾ ਸੀ ਤਾਂ ਤੁਸੀਂ ਚੁੱਪਚਾਪ ਸਹਿ ਕਿੱਦਾਂ ਲਿਆ, ਬਰਦਾਸ਼ਤ ਕਿੱਦਾਂ ਕਰ ਲਿਆ? ਸੋ ਬਹੁਤ ਸਾਰੇ ਸਵਾਲ ਇਹਨਾਂ ਦੇ ਅੱਗੇ ਖੜੇ ਹੋਣਗੇ, ਇਹਨਾਂ ਦੇ ਬੱਚੇ ਕਰਨਗੇ। ਸੋ ਉਹਨਾਂ ਸਵਾਲਾਂ ਦੇ ਜਵਾਬਾਂ ਲਈ ਹੀ ਇਹ ਅੱਜ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਹੈ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਐਸੇ ਬਜ਼ੁਰਗ ਵੀ ਬੈਠੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਿਸਾਨੀ ਦੇ ਕਈ ਸੰਘਰਸ਼ਾਂ ਦੇ ਵਿੱਚ, ਆਜ਼ਾਦੀ ਦੇ ਕਈ ਸੰਘਰਸ਼ਾਂ ਦੇ ਵਿੱਚ, ਪੰਥ ਦੇ ਕੌਮ ਦੇ ਕਈ ਸੰਘਰਸ਼ਾਂ ਦੇ ਵਿੱਚ ਹਿੱਸਾ ਵੀ ਲਿਆ ਹੋਏਗਾ। ਜੇਲਾਂ ਵੀ ਕੱਟੀਆਂ ਹੋਣਗੀਆਂ ਔਰ ਕਈ ਤਰ੍ਹਾਂ ਦੇ ਤਸੀਹੇ ਵੀ ਚੱਲੇ ਹੋਣਗੇ, ਟੌਰਚਰ ਵੀ ਉਹਨਾਂ ਦੇ ਉੱਤੇ ਹੋਇਆ ਹੋਏਗਾ। ਸੋ ਇਹਦੇ ਤੇ ਉੱਪਰ ਹੀ ਗੱਲਬਾਤ ਕਰਨ ਲਈ ਸਾਡੇ ਨਾਲ ਕਿਸਾਨ ਜਥੇਬੰਦੀਆਂ ਤੋਂ, ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਉਹਨਾਂ ਦੇ ਨੁਮਾਇੰਦੇ ਜੁੜੇ ਹੋਏ ਨੇ। ਸੋ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਰਸਾ ਸਾਹਿਬ, ਮੌਜੂਦਾ ਹਾਲਾਤਾਂ ਨੂੰ ਅਗਰ ਅਸੀਂ ਗੱਲ ਕਰੀਏ ਤਾਂ ਇਹ ਕਿਸਾਨਾਂ ਦੇ ਨਾਲ ਧੋਖਾ ਕਿਉਂ? ਇਹ ਪਹਿਲੀ ਵਾਰ ਨਹੀਂ ਜੀ, ਅੱਜ ਤੱਕ ਜੀ ਜਿਹੜੀਆਂ ਵੀ ਸਰਕਾਰਾਂ ਇਹ ਸੂਬਾ ਸਰਕਾਰਾਂ ਜਾਂ ਕੇਂਦਰ ਖਾਸ ਕਰਕੇ ਕੇਂਦਰ ਸਰਕਾਰਾਂ ਨੇ ਉਹ ਕਿਸਾਨਾਂ ਦੇ ਨਾਲ ਸਮੇਂ-ਸਮੇਂ ਇਹਨਾਂ ਨੇ ਜਿਹੜਾ ਉਹ ਧੋਖਾ ਕੀਤਾ ਹੈ। ਜਿਸ ਦੀ ਮਿਸਾਲ ਹੈ ਕਿ ਕਿਸਾਨ ਜੋ ਵੀ ਪੈਦਾਵਾਰ ਕਰਦਾ ਉਹਦਾ ਕਦੇ ਵੀ ਉਹਨੇ ਆਪ ਜਿਹੜਾ ਕੀਮਤ ਹੈ ਜਿਹੜੀ ਉਹ ਖਰਚਿਆਂ ਦੇ ਹਿਸਾਬ ਨਾਲ ਉਹਨੇ ਉਹਦੀ ਨੀਅਤ ਨਹੀਂ ਕੀਤੀ। ਖਰਚੇ ਉਹਨਾਂ ਦੀ ਮਰਜ਼ੀ ਨਾਲ ਨੇ ਤੇ ਜਿਹੜਾ ਖਰਚਾ ਅਸੀਂ ਕਰਦੇ ਹਾਂ ਉਹ ਜਿਹੜੀਆਂ ਖਾਦਾਂ ਦੇ ਰੇਟ
ਜਾਂ ਜਿੰਨੀਆਂ ਵੀ ਪੈਸਟੀਸਾਈਡ ਨੇ ਉਹਨਾਂ ਦੇ ਰੇਟ ਕੰਪਨੀਆਂ ਜਿਹੜੀਆਂ ਤਿਆਰ ਕਰਦੀਆਂ ਨੇ ਉਹ ਆਪ ਉਹਨਾਂ ਦੀ ਕੀਮਤ ਤੈਅ ਕਰਦੀਆਂ ਨੇ, ਪਰ ਕਿਸਾਨ ਇੱਕ ਉਹ ਮਤਲਬ ਕਿ ਵਰਗ ਹੈ ਜਿਹੜਾ ਕਿ ਆਪਣੀ ਫਸਲ ਤਿਆਰ ਕਰਕੇ ਤੇ ਉਹ ਉਹਨਾਂ ਤੇ ਨਿਰਭਰ ਹੋ ਕੇ ਤੇ ਉਹਨਾਂ ਦਾ ਮੈਂ ਸਿੱਸਾ ਸਾਹਿਬ, ਇਹ ਅਸੀਂ ਸਭ ਜਾਣਦੇ ਹਾਂ ਕਿ ਕਿਸਾਨ ਵਿਚਾਰੇ ਦੇ ਪੱਲੇ ਕੁਝ ਨਹੀਂ ਪੈਂਦਾ। ਅਸੀਂ ਜੋ ਫਸਲ ਤੈਅ ਕਰਦੇ ਹਾਂ, ਫਸਲ ਸਾਡੀ ਹੁੰਦੀ, ਜ਼ਮੀਨ ਸਾਡੀ ਹੁੰਦੀ ਹੈ, ਮਿਹਨਤ ਸਾਡੀ ਹੁੰਦੀ ਹੈ, ਤੇ ਸਾਡੀ ਮਿਹਨਤ ਦਾ ਮੁੱਲ ਤੈਅ ਕਰਨ ਵਾਲੇ ਕੋਈ ਹੋਰ ਹੁੰਦੇ ਨੇ। ਔਰ ਗੱਲ ਕੀਤੀ ਜਾਵੇ ਸਾਡੇ ਹੀ ਫਸਲ ਤੋਂ ਤਿਆਰ ਹੋਈ ਜਿਹੜੀ ਵੰਨਗੀ ਹੈ, ਉਹ ਵੰਨਗੀ ਜਿਸ ਫੈਕਟਰੀ 'ਚ ਪੈਕਟ 'ਚ ਤਿਆਰ ਹੁੰਦੀ ਹੈ ਤੇ ਉਹ ਰੇਟ ਉਹਨਾਂ ਦੀ ਮਰਜ਼ੀ ਦਾ ਹੁੰਦਾ, ਸਾਨੂੰ ਸਭ ਨੂੰ ਪਤਾ। ਪਰ ਮੈਂ ਗੱਲ ਇਹ ਕਰਨੀ ਚਾਹ ਰਿਹਾ ਸੀਗਾ, ਧੋਖਾ। ਇਹ ਜਿੰਨੇ ਅਸੀਂ ਬੈਠੇ ਹਾਂ ਸਾਰੇ ਜਣੇ, ਵਿੱਚ ਤੁਸੀਂ ਹੋ, ਵਿੱਚ ਮੈਂ ਵੀ ਹਾਂ, ਆਪਾਂ ਆਪਣੀ ਕੀਮਤੀ ਵੋਟਾਂ ਦੇ ਨਾਲ ਇੱਕ ਸਰਕਾਰ ਚੁਣੀ। ਉਹ ਸਰਕਾਰ ਨੂੰ ਅਸੀਂ ਤਾਂ ਚੁਣਿਆ ਸੀ ਕਿ ਸਾਡੇ ਵਾਸਤੇ, ਤੁਹਾਡੇ ਵਾਸਤੇ, ਕਿਸਾਨਾਂ ਵਾਸਤੇ ਕਿਸੇ ਚੰਗੇ ਭਵਿੱਖ ਦੀ ਉਮੀਦ ਕਰਦੇ। ਇਹ ਧੋਖਾ ਤੁਹਾਡੇ ਨਾਲ ਕੇਂਦਰ ਨੇ ਕੀਤਾ ਹੈ, ਕੇਂਦਰ ਤੇ ਇਕੱਲੀ ਕਰ ਨਹੀਂ ਸਕਦੀ। ਤੁਹਾਨੂੰ ਕੀ ਲੱਗਦਾ ਕਿਹਦੀ ਮਿਲੀ ਭਗਤ ਨਾਲ ਧੋਖਾ ਹੋਇਆ? ਜਿਹੜਾ ਧੋਖਾ, ਮੈਂ ਉਹੀ ਗੱਲ ਕਰ ਰਿਹਾ ਸਾਂ ਕਿ ਜਿਹੜਾ ਧੋਖਾ ਹੈ ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਧੋਖੇ ਜਿਹੜੇ ਨੇ ਉਹ ਹੁੰਦੇ ਰਹੇ ਨੇ। ਕੇਂਦਰ ਸਰਕਾਰ ਜਿਹੜੀ ਹੁਣ ਕੇਂਦਰ 'ਚ ਮੋਦੀ ਸਰਕਾਰ ਜਿਹੜੀ ਰਾਜ ਕਰ ਰਹੀ ਹੈ, ਇਹਨਾਂ ਲੋਕਾਂ ਦੀ ਇੱਕ ਸੋਚ ਹੈ ਕਿ ਜਿਸ ਤਰ੍ਹਾਂ ਅੱਜ ਅਬਾਨੀ ਤੇ ਅਡਾਨੀ ਨੂੰ ਜਿਹੜਾ ਉਹ ਅੱਗੇ ਲਿਆਂਦਾ ਰਹੇ, ਪਹਿਲਾਂ ਬਿਰਲਾ ਟਾਟਾ ਵਰਗੇ ਸਨ, ਅੱਜ ਇਹ ਨਵੇਂ ਚਿਹਰੇ, ਅੱਜ ਆ ਕੇ ਸਰਮਾਏਦਾਰ ਵਰਗ ਆ ਗਿਆ। ਇਹ ਕਾਰਪੋਰੇਟ ਘਰਾਣੇ ਜਿਹੜੇ ਨੇ, ਇਹਨਾਂ ਤੋਂ ਇਲੈਕਸ਼ਨਾਂ ਦੇ ਵਿੱਚ ਵੱਡੇ ਚੰਦੇ ਜਿਹੜੇ ਨੇ, ਵੱਡੇ ਉਹਦੇ ਵਿੱਚ ਪੈਸਾ ਲਿਆ ਜਾਂਦਾ। ਉਹ ਇਲੈਕਸ਼ਨਾਂ ਦੇ ਹੁਣ ਕਿਸਾਨ ਜਿਹੜਾ ਇਹ ਇਹਨਾਂ ਦਾ ਦੇ ਨਹੀਂ ਸਕਦਾ। ਸੋ ਉਹ ਸਰਮਾਏਦਾਰ ਵਰਗ ਨੂੰ ਹੋਰ ਤਗੜਾ ਕਰਨ ਵਾਸਤੇ ਔਰ ਇਹ ਕਿਸਾਨੀ ਦੀ ਲੁੱਟ ਕਰਨ ਵਾਸਤੇ ਇਹ ਜਿਹੜਾ ਇਹਨਾਂ ਨੇ ਕੀਤਾ, ਜਿਹਦੇ ਵਿੱਚ ਅੱਜ ਜਿਸ ਤਰ੍ਹਾਂ ਕਿ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਦੀ, ਬਾਦਲ ਅਕਾਲੀ ਦਲ ਦੀ ਕੀਤੀ ਜਾਵੇ, ਤੇ ਜਿੰਨਾ ਜਦੋਂ ਆਰਡੀਨੈਂਸ ਆਇਆ ਉਸ ਤੋਂ ਬਾਅਦ ਸੁਖਬੀਰ ਬਾਦਲ ਤੇ ਉਹਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਉਹਨਾਂ ਦੀ ਵਕਾਲਤ ਕੀਤੀ ਕਿ ਇਹ ਜਿਹੜੇ ਆਰਡੀਨੈਂਸ ਆਏ ਨੇ ਇਹ ਕਿਸਾਨ ਦੇ ਹਿੱਤਾਂ ਵਿੱਚ ਨੇ। ਜਦੋਂ ਵੇਖਿਆ ਕਿ ਕਿਸਾਨ ਜਿਹੜੇ ਨੇ ਇਹ ਜਿਹੜੇ ਬਿੱਲ ਪਾਸ ਜਦੋਂ ਹੋ ਗਏ ਆ, ਤੇ ਕਿਸਾਨ ਸਾਰੇ ਕਿਸਾਨ ਤੇ ਕਿਸਾਨਾਂ ਦੇ ਨਾਲ ਬਾਕੀ ਵਰਗ ਵੀ, ਮਜ਼ਦੂਰ ਵਰਗ, ਆੜਤੀ, ਮੁਲਾਜ਼ਮ ਜਥੇਬੰਦੀਆਂ, ਰੇਹੜੀ ਤੱਕ ਜਿਹੜੇ ਸਨ ਉਹ ਸਾਰੇ ਆ ਗਏ ਨੇ। ਤੇ ਅੱਜ ਉਹਨਾਂ ਲੋਕਾਂ ਨੂੰ ਜਿਹੜਾ ਸੀ ਇਧਰ ਆਉਣਾ ਪਿਆ। ਇਹ ਲੋਕਾਂ ਦੇ ਨਾਲ ਜਿਹੜਾ ਸਰਮਾਏਦਾਰ ਵਰਗ ਵੱਲੋਂ ਇਹ ਜਿਹੜਾ ਇੱਕ ਧੋਖਾ ਹੈ, ਇਹ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਤੇ ਅੱਜ ਵੀ ਇਹਨਾਂ ਨੇ, ਮੋਦੀ ਨੇ ਜਿਹੜਾ ਉਹ ਕੀਤਾ। ਜੀ, ਸਿੱਸਾ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਧੋਖਾ ਕੀਤਾ ਸਰਮਾਏਦਾਰ ਵਰਗ ਨੇ ਕੀਤਾ। ਸੋ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ, ਜਥੇਬੰਦੀ ਦਾ ਨਾਮ ਜ਼ਰੂਰ ਦੱਸਿਓ। ਮੇਰਾ ਨਾਮ ਕਾਮਲ ਗੁਲਜ਼ਾਰ ਸਿੰਘ ਬਸੰਤਕੋਟ, ਮੈਂ ਆਲ ਇੰਡੀਆ ਕਿਸਾਨ ਸਭਾ ਦਾ ਸਟੇਟ ਦਾ ਲੀਡਰ ਹਾਂ ਜੀ। ਤੇ ਇਹ ਮੇਰੀ ਜੀ ਗੱਲ ਧੋਖੇ ਦੀ ਹੀ ਹੋ ਰਹੀ ਸੀ। ਆਪਾਂ ਨੂੰ ਅੱਜ ਇੱਥੇ ਪਟੜੀਆਂ ਤੇ ਕਿਉਂ ਬੈਠਣਾ ਪਿਆ ਜੀ? ਪੰਜਾਬ ਦੇ ਕਿਸਾਨਾਂ ਨੂੰ ਮੌਕੇ ਤੇ ਅੱਜ ਸਾਡੀ ਫਸਲ ਪੱਕੀ ਪਈ ਹੈ, ਅਸੀਂ ਤਾਂ ਫਸਲ ਸੰਭਾਲਣੀ ਸੀ, ਅਸੀਂ ਤਾਂ ਜਾਣਾ ਸੀ ਮੰਡੀ ਦੇ ਵਿੱਚ ਫਸਲ ਵੇਚਣੀ ਸੀ। ਸਾਡੇ ਬੱਚੇ ਇੰਤਜ਼ਾਰ ਕਰ ਰਹੇ ਨੇ, ਦੀਵਾਲੀ ਸਿਰ ਤੇ ਹੈ, ਦਿਨ ਤਿਉਹਾਰ ਸਿਰ ਤੇ ਹੈ, ਕਈਆਂ ਦੀਆਂ ਵਿਆਹ ਸ਼ਾਦੀਆਂ ਜਿਹੜੀਆਂ ਉਹ ਆ ਰਹੀਆਂ ਨੇ, ਘਰਾਂ 'ਚ 100 ਖਰਚੇ ਨੇ। ਤਾਂ ਹੁਣ ਹਾਲਾਤ ਕੈਸੇ ਨੇ, ਟੈਨਸ਼ਨ ਕਿਹੋ ਜਿਹੀ ਹੈ? ਅਸੀਂ ਇਹ ਮਹਿਸੂਸ ਕਰਦੇ ਹਾਂ, ਪੰਜਾਬ ਦੀਆਂ ਸਾਰੀਆਂ 31 ਕਿਸਾਨ ਜਥੇਬੰਦੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਮੋਦੀ ਦੀ ਸਰਕਾਰ ਨੇ 5 ਜੂਨ ਨੂੰ ਖੇਤੀ ਦੇ ਸੰਬੰਧ ਵਿੱਚ ਜੋ 3 ਆਰਡੀਨੈਂਸ ਕੀਤੇ ਹਨ, ਉਹ ਪੰਜਾਬ ਦੀ ਕਿਸਾਨ ਦੀ ਮੌਤ ਦੇ ਵਾਰੰਟ ਹਨ। ਅਸੀਂ ਕਿਸਾਨ ਜਥੇਬੰਦੀਆਂ ਇਹ ਵੀ ਮਹਿਸੂਸ ਕਰਦੀਆਂ ਹਨ ਸਾਰੇ ਦੇਸ਼ ਵਿੱਚ ਕਿ ਜੇ ਦੁਨੀਆ ਵਿੱਚ ਕੋਈ ਸਭ ਤੋਂ ਘਾਟੇਵੰਦਾ ਸੌਦਾ ਹੈ ਤਾਂ ਉਹ ਕਿਸਾਨੀ ਹੈ। ਕਿਸਾਨ ਨੇ ਜੋ ਖੇਤੀ ਦੇ ਉੱਪਰ ਖਰਚ ਕਰ ਲੈਣਾ ਹੈ, ਉਹਨੂੰ ਇਹ ਵੀ ਆਸ ਨਹੀਂ ਹੁੰਦੀ ਕਿ ਉਹਦਾ ਕੀਤਾ ਹੋਇਆ ਖਰਚ ਵੀ ਵਾਪਸ ਮੁੜੇਗਾ ਜਾਂ ਨਹੀਂ ਮੁੜੇਗਾ। ਅੱਜ ਤੱਕ ਧੱਕਿਆਂ ਦੀ ਗੱਲ, ਸੰਨ 47 ਤੋਂ ਬਾਅਦ 73-74 ਸਾਲ ਦੇਸ਼ ਦੀ ਆਜ਼ਾਦੀ ਨੂੰ ਹੋ ਗਏ, ਅੱਜ ਤੱਕ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ, ਦੇਸ਼ ਦੇ ਕਿਸਾਨਾਂ ਨਾਲ ਕੋਈ ਇਨਸਾਫ ਨਹੀਂ ਕੀਤਾ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਦੋਂ ਦੇਸ਼ ਦੇ ਵਿੱਚ ਕਿਸਾਨ ਆਤਮ ਹੱਤਿਆ ਕਰਨ ਲੱਗੇ, ਬਹੁਤ ਵੱਡੀ ਗਿਣਤੀ ਵਿੱਚ ਸਰਦਾਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਡਾਕਟਰ ਸਵਾਮੀਨਾਥਨ ਜਿਹੜੇ ਬਹੁਤ ਵੱਡੇ ਖੇਤੀ ਵਿਗਿਆਨੀ ਸੀ, ਉਹਨਾਂ ਦੀ ਰਹਿਨਮਾਈ ਥੱਲੇ ਇੱਕ 1906 ਵਿੱਚ ਕਮੇਟੀ ਬਣਾ ਦਿੱਤੀ ਕਿ ਸਰਵੇ ਕਰੋ, ਇਸ ਗੱਲ ਦੀ ਘੋਖ ਪੜਤਾਲ ਕੀਤੀ ਜਾਵੇ ਕਿ ਪੰਜਾਬ ਦੇ, ਹਿੰਦੁਸਤਾਨ ਦੇ ਕਿਸਾਨ ਆਤਮ ਹੱਤਿਆ ਕਿਉਂ ਕਰ ਰਹੇ ਹਨ। ਤਾਂ ਬਦਕਿਸਮਤੀ ਦੀ ਗੱਲ ਹੈ ਕਿ ਡਾਕਟਰ ਸਵਾਮੀਨਾਥਨ ਨੇ ਸਾਰੀ ਹਿੰਦੁਸਤਾਨ ਨੂੰ ਘੋਖ ਕੇ, ਪੜਤਾਲ ਕੇ, ਵੇਖ ਕੇ, ਜਾਂਚ ਕੇ ਉਹ ਰਿਪੋਰਟ ਵੀ ਮਨਮੋਹਨ ਸਿੰਘ ਦੇ ਟੇਬਲ ਦੇ ਉੱਪਰ ਪੇਸ਼ ਕਰ ਦਿੱਤੀ ਪਾਰਲੀਮੈਂਟ ਵਿੱਚ ਕਿ ਆਹ ਕਾਰਨ ਹੈ ਜਿਸ ਕਰਕੇ ਦੇਸ਼ ਦੀ ਕਿਸਾਨੀ ਅੱਜ ਸੜਕਾਂ ਉੱਪਰ ਹੈ, ਦੇਸ਼ ਦਾ ਕਿਸਾਨ ਅੱਜ ਆਤਮ ਹੱਤਿਆ ਕਰ ਰਿਹਾ। ਪਰ ਬਦਕਿਸਮਤੀ ਦੀ ਭਰਾਓ ਗੱਲ ਹੈ
ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਵੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਖੇਤੀ ਵਿੱਚ ਲਾਗੂ ਨਹੀਂ ਕੀਤੀ। ਹੁਣ ਮੋਦੀ ਸਾਹਿਬ ਆ ਗਏ। ਮੋਦੀ ਸਾਹਿਬ ਜਿਹੜੇ ਕਿ ਕਾਰਪੋਰੇਟ ਘਰਾਣਿਆਂ ਦੇ ਤੇ ਮਤਲਬ ਬਹੁਤ ਵੱਡੀਆਂ ਕੰਪਨੀਆਂ ਦੇ ਨੁਮਾਇੰਦੇ ਹਨ, ਉਹਨਾਂ ਨੇ ਵੀ 14 ਵਿੱਚ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੀ ਤਾਂ ਉਹਨਾਂ ਨੇ ਵੀ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸਾਨੋ ਮੈਨੂੰ ਵੋਟਾਂ ਪਾ ਦਿਓ, ਮੈਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗਾ। ਪਰ ਭਰਾਓ ਬਦਕਿਸਮਤੀ ਦੀ ਗੱਲ ਕਿ 15 ਫਰਵਰੀ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਮੋਦੀ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਲਿਖ ਕੇ ਦੇ ਦਿੱਤਾ ਕਿ ਅਸੀਂ ਡਾਕਟਰ ਸਵਾਮੀਨਾਥਨ ਦੀਆਂ ਰਿਪੋਰਟਾਂ ਖੇਤੀ ਵਿੱਚ ਲਾਗੂ ਨਹੀਂ ਕਰ ਸਕਦੇ। ਬਿਲਕੁਲ ਜੀ, ਤੁਸੀਂ ਕਹਿੰਦੇ ਹੋ ਲਿਖ ਕੇ ਦੇ ਦਿੱਤਾ, ਨਹੀਂ ਕਰ ਸਕਦੇ, ਤਾਂ ਫਿਰ ਦੁਬਾਰਾ ਆਪਾਂ ਹੀ ਤੇ ਉਹਨਾਂ ਨੂੰ ਚੁਣਿਆ, ਆਪਾਂ ਹੀ ਤੇ ਉਹਨਾਂ ਨੂੰ ਚੁਣਿਆ। ਅੱਜ ਜਦੋਂ 14 ਵਿੱਚ ਮੋਦੀ ਦੀ ਸਰਕਾਰ ਆਈ ਤੇ ਉਸ ਤੋਂ ਬਾਅਦ ਪਿਛਲੇ ਸਾਲ ਫਿਰ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਭਰਾਓ, ਫਿਰ ਬੜੇ ਬੜੇ ਵੱਡੇ ਨਾਅਰੇ ਆਮ ਲੋਕਾਂ ਨਾਲ, ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਗਏ। ਪਰ ਇਹ ਸਾਡੀ, ਮੈਂ ਸਮਝਦਾ, ਕਿਸਾਨਾਂ ਦੀ ਬਦਕਿਸਮਤੀ ਸੀ ਕਿ ਦੁਬਾਰਾ। ਪਰ ਮੈਂ ਅੱਜ ਜੋ ਚਾਹਨਾ ਹੈ ਕਿ ਅਸੀਂ ਨਾ ਜੀ ਲੱਸੀ ਨਹੀਂ ਰਿੜਕਣ ਆਏ, ਅਸੀਂ ਦਹੀਂ ਰਿੜਕਣ ਆਏ, ਅਸੀਂ ਮੱਖਣ ਕੱਢਣਾ ਚਾਹੁੰਦੇ ਹਾਂ। ਇਹ ਟੀਵੀ ਡਿਬੇਟ ਹੈ, ਆਪਾਂ ਇੱਥੇ ਟੂ ਦੀ ਪੁਆਇੰਟ ਤੇ ਇੱਕ ਉਹ ਵਜ਼ਨਦਾਰ ਗੱਲ ਕੀਤੀ ਜਾਵੇ ਜਿਸ ਗੱਲ ਨੂੰ ਅਸੀਂ ਸਰਕਾਰ ਤੱਕ ਪਹੁੰਚਾਉਣਾ ਹੈ। ਅਗਰ ਅਸੀਂ ਗੱਲ ਨੂੰ ਲੰਬਿਆਂ ਖਿੱਚ ਕੇ ਲੈ ਕੇ ਜਾਵਾਂਗੇ ਤਾਂ ਉਹ ਬੋਰ ਹੋ ਜਾਣਗੇ, ਸੁਣਨ ਵਾਲੇ ਵੀ, ਗੱਲ ਨਹੀਂ ਸਮਝ ਆਏਗੀ ਕਿਸੇ ਦੀ। ਇਹ ਭਾਸ਼ਣ ਮਾਈਕ ਤੇ ਕਰਨਾ ਹੈ, ਲੇਕਿਨ ਸਾਡੇ ਨਾਲ ਟੂ ਦੀ ਪੁਆਇੰਟ। ਸਾਨੂੰ ਇਹ ਦੱਸੋ, ਤੁਸੀਂ ਇਸ ਵੇਲੇ ਜੋ ਸਾਡੀ ਪੰਜਾਬ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ, ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ 'ਚੋਂ ਸਭ ਤੋਂ ਵੱਡੀ ਗੱਦਾਰ ਪਾਰਟੀ ਕਿਹੜੀ ਲੱਗਦੀ ਤੁਹਾਨੂੰ? ਅਸੀਂ ਤੇ ਸਮਝਦੇ ਹਾਂ ਕਿ ਮੋਦੀ ਦੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਸਭ ਤੋਂ ਵੱਡੀ ਗੁਦਾਰ ਹੈ ਕਿਸਾਨਾਂ ਦੇ ਲਈ, ਜਿਹਨੇ ਕਿਸਾਨਾਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਸੀ ਤੇ ਉਹਨਾਂ ਵਾਅਦਿਆਂ ਦੇ ਖਿਲਾਫ ਸਾਡੇ ਨਾਲ ਵਿਸ਼ਵਾਸਘਾਤ ਹੋਇਆ। ਮੋਦੀ ਦੀ ਸਰਕਾਰ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ, ਦੇਸ਼ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਗੁਦਾਰ ਹੈ। ਜੀ ਬਿਲਕੁਲ, ਜਿਵੇਂ ਵੀਰ ਕਹਿ ਰਹੇ ਨੇ ਕਿ ਜਿਹੜੀ ਮੌਜੂਦਾ ਰਾਜਨੀਤਿਕ ਵੱਖ-ਵੱਖ ਪਾਰਟੀਆਂ ਨੇ ਤੇ ਕਿਸਾਨ ਕਹਿੰਦੇ ਨੇ, ਉਹਨਾਂ ਦੇ ਵਿੱਚੋਂ ਜਿਹੜੀ ਬੀਜੇਪੀ ਹੈ ਜੀ, ਉਹਨੂੰ ਕਹਿੰਦੀ ਹੈ ਕਿ ਇਹਨਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਤੁਹਾਡਾ ਨਾਂ ਕੀ? ਮੈਂ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਜਮਹੂਰੀ ਕਿਸਾਨ ਸਭਾ ਪੰਜਾਬ ਦਾ ਆਗੂ ਹਾਂ। ਜੀ ਤਕਲੀਫ ਸਾਨੂੰ ਬੀਜੇਪੀ ਤੋਂ ਆ। ਟ੍ਰੇਨ ਤੇ ਅਸੀਂ ਬੀਜੇਪੀ ਤੋਂ ਨਹੀਂ ਗੀ, ਮੈਂ ਦੱਸਣਾ। ਹਾਂਜੀ, ਦੇਖੋ ਬੇਨਤੀ ਇਸ ਤਰ੍ਹਾਂ ਵਾ ਕਿ ਕਿਸਾਨ, ਮਜ਼ਦੂਰ, ਮੁਲਾਜ਼ਮ ਜਿਹੜਾ ਵਰਗ ਵਾ, ਇਹਨਾਂ ਦਾ ਜਿਸ ਤਰ੍ਹਾਂ ਇੱਕ ਊਠ ਤੁਰਿਆ ਜਾਂਦਾ ਸੀ, ਉਹਦਾ ਬੁੱਲ ਲਮਕਦਾ ਸੀ ਤੇ ਲੂੰਬੜੀ ਮਗਰ ਲੱਗ ਗਈ। ਠੀਕ ਹੈ ਜੀ। ਕਈ ਆ ਕਿਤੇ ਡਿੱਗੂ ਤੇ ਮੈਂ ਚੁੱਕ ਲੂੰ। ਸਾਡਾ ਆਵਾਮ ਦਾ, ਮੋਦੀ ਦਾ, ਕਾਲੀਆਂ ਦਾ, ਕਾਂਗਰਸ ਦਾ ਉਸ ਊਠ ਤੇ ਲੂੰਬੜੀ ਵਾਲਾ ਕੰਮ ਆ। ਜੇ ਸਾਡੇ ਨਾਲ ਮੋਦੀ ਨੇ ਧੋਖਾ ਕੀਤਾ, ਅਕਾਲੀ ਕਾਂਗਰਸੀ ਵੀ ਇਹਦੇ ਤੋਂ ਬਰੀ ਨਹੀਂ ਕੀਤੇ ਜਾ ਸਕਦੇ, ਕਿਉਂਕਿ ਅੱਜ ਜੋ ਮਾਹੌਲ ਬਣ ਗਿਆ ਇੰਡੀਆ ਦਾ, ਕਿਸਾਨੀ ਸੜਕਾਂ ਤੇ ਆ, ਕਿਸਾਨੀ ਰੇਲਵੇ ਸਟੇਸ਼ਨਾਂ ਤੇ ਬੈਠੀ ਆ। ਮੋਦੀ ਨੇ ਜੋ ਵਾਅਦੇ ਕੀਤੇ ਸੀ, ਐਨ ਉਹਨੂੰ ਉਲਟ ਕੰਮ ਕੀਤਾ ਜੀ। ਉਹ ਕਾਰਪੋਰੇਟ ਘਰਾਣਿਆਂ ਦੀ ਮਦਦ ਕਰ ਰਿਹਾ, ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੀ ਬੇਅਦਬੀ ਤੇ ਉਹਨਾਂ ਦੇ ਰੁਜ਼ਗਾਰ ਖੋਹ ਰਿਹਾ। ਪਰ ਮੈਂ ਇੱਥੇ ਕਾਮਰੇਡ ਸਾਹਿਬ ਇਹ ਪੁੱਛਣਾ ਚਾਹੂੰਗਾ, ਮੈਂ ਕਿ ਇਸ ਵੇਲੇ ਮੌਜੂਦਾ ਹਾਈ ਕੋਰਟ ਵੱਲੋਂ ਕਿਹਾ ਗਿਆ ਪੰਜਾਬ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਰੇਲਵੇ ਲਾਈਨਾਂ ਕਲੀਅਰ ਕੀਤੀਆਂ ਜਾਣ, ਹਾਈਵੇ ਜਾਮ ਹਟਾਇਆ ਜਾਵੇ, ਇਹ ਕਹਿ ਦਿੱਤਾ ਗਿਆ। ਉਹਨਾਂ ਨੂੰ ਕਿਹਾ ਰਿਪੋਰਟ ਪੇਸ਼ ਕਰੋ, ਹੁਣ ਕੀ ਬਣੂ? ਹੁਣ ਇਹਦੇ ਬਾਰੇ ਆ ਵੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਜਿਹੜੀਆਂ ਰੇਲ ਦੀਆਂ ਪਟੜੀਆਂ ਨੇ, ਇਹ ਮਰਾਂਗੇ ਜਾਂ ਮਾਰਾਂਗੇ, ਖਾਲੀ ਨਹੀਂ ਕੀਤੀਆਂ ਜਾ ਸਕਦੀਆਂ। ਜਿਹੜੇ ਪ੍ਰਦਰਸ਼ਨ ਲਈ ਬੈਠੇ ਨੇ ਉਹਨਾਂ ਦੀਆਂ ਗੱਲਾਂ ਬੜੀਆਂ ਸਾਫ਼ ਨੇ, ਬੜੀਆਂ ਕਲੀਅਰ ਨੇ, ਪਰ ਹੁਣੇ ਤੇ ਉਹ ਬਾਬਾ ਜੀ ਕਹਿ ਰਹੇ ਸੀ ਵੀ ਸਾਡੇ ਤੇ ਝੰਡਿਆਂ 'ਚ ਡੰਡੇ ਵੀ ਨਹੀਂ ਚੱਜਦੇ ਹੈਗੇ, ਤੇ ਫਿਰ ਆਪਾਂ ਮਰਾਂਗੇ ਵਾਲੀ ਗੱਲ ਕਿਉਂ ਕਰ ਰਹੇ ਹਾਂ? ਮਾਰਨ ਵਾਲੀ ਤਾਂ ਗੱਲ ਹੈ ਨਹੀਂ, ਮਰਨ ਵਾਲੀ ਤਾਂ ਪੱਕੀ ਹੋ ਗਈ। ਦੇਖੋ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਲੜਾਈ ਲੜਾਂਗੇ ਜਥੇਬੰਦਕ ਤਰੀਕੇ ਨਾਲ। ਅੱਛਾ। ਜੋ ਸਾਡੀ 250 ਕਿਸਾਨਾਂ ਦੀ ਜਥੇਬੰਦੀ ਆ ਆਲ ਇੰਡੀਆ ਦੀ, 31 ਜਥੇਬੰਦੀਆਂ ਪੰਜਾਬ ਦੀਆਂ, ਉਹਨਾਂ ਨੇ ਜੋ ਕੁਝ ਫੈਸਲੇ ਕਰਨੇ ਆ, ਅਸੀਂ ਸਾਰੇ ਹੀ ਥੱਲੇ ਵਾਲੇ ਉਹਨੂੰ ਇਨ ਬਿਨ ਲਾਗੂ ਕਰਾਂਗੇ। ਕੀ ਉਹ ਫੈਸਲਾ ਕਰਦੇ ਆ, ਉਹਦੀ ਢੀਕ ਵਿੱਚ। ਅੱਛਾ, ਹਰੇਕ ਰਾਜਨੀਤਿਕ ਪਾਰਟੀ ਜਿਹੜੀ ਹੈ ਨਾ, ਇਹਨਾਂ ਮੋਰਚਿਆਂ ਨੂੰ ਹਾਈਜੈਕ ਕਰਨਾ ਚਾਹੁੰਦੀ ਹੈ, ਕਿਸੇ ਨਾ ਕਿਸੇ ਤਰੀਕੇ ਇਹ ਮੋਰਚੇ ਦੇ ਵਿੱਚ ਸੰਨ ਲਾਣਾ ਚਾਹੁੰਦੀ, ਕਿਸੇ ਚੋਰ ਰਸਤੇ ਵੜਨਾ ਚਾਹੁੰਦੀ ਹੈ। ਕੋਈ ਇਦਾਂ ਦਾ ਚੋਰ ਰਸਤੇ ਥਾਣੀ ਕਿਸੇ ਨੇ ਕੋਈ ਵੜਿਆ ਹੋਵੇ? ਨਹੀਂ, ਮੇਰਾ ਸਵਾਲ ਤੇ ਸੁਣ ਲਓ। ਕੋਈ ਚੋਰ ਰਸਤੇ ਵੜਿਆ ਹੋਵੇ, ਤੁਸੀਂ ਉਹਨੂੰ ਧੌਣੋਂ ਫੜਿਆ ਹੋਵੇ ਤੇ ਬਾਹਰ ਕੱਢਿਆ ਹੋਵੇ? ਨਹੀਂ, ਐਸੀ ਗੱਲ ਤੇ ਕੋਈ ਨਹੀਂ ਹੋਈ। ਪਰ ਅਸੀਂ ਪੋਲੀਟੀਕਲ ਪਾਰਟੀਆਂ ਨੂੰ, ਜਿਹੜੀਆਂ ਜਥੇਬੰਦੀਆਂ ਦੇ ਸਾਡੇ ਆਗੂ ਨੇ,
ਉਹਨਾਂ ਦੇ ਫੈਸਲੇ ਮੁਤਾਬਕ ਪੋਲੀਟੀਕਲ ਆਦਮੀ ਨੂੰ ਬੋਲਣ ਦੀ ਆਗਿਆ ਹੈ। ਜੀ ਬਿਲਕੁਲ ਕਹਾਣੀ ਇੱਥੇ ਇਸ ਕਰਕੇ ਬਦਲ ਰਹੀ ਹੈ ਕਿਉਂਕਿ ਜਿਵੇਂ ਮਦਨ ਮੋਹਨ ਮਿੱਤਲ ਜਿਹੜੇ ਨੇ ਬੀਜੇਪੀ ਦੇ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵਾਅਦਾ ਕੀਤਾ ਸੀ ਹਾਈ ਕਮਾਂਡ ਨਾਲ, ਬੀਜੇਪੀ ਨਾਲ, ਕਿ ਅਸੀਂ ਕਿਸਾਨਾਂ ਨੂੰ ਸਮਝਾ ਲਵਾਂਗੇ, ਯਾਨੀ ਕਿ 15 ਸਤੰਬਰ ਤੋਂ ਪਹਿਲੇ ਤੱਕ। ਜਦੋਂ ਉਹਨਾਂ ਕੋਲ ਕਿਸਾਨਾਂ ਦੀ ਗੱਲ ਸਮਝ ਨਹੀਂ ਆਈ ਤੇ ਤੁਹਾਨੂੰ ਕੀ ਲੱਗਦਾ ਜੀ ਹੁਣ ਪੈਂਤੜਾ ਬਦਲ ਗਿਆ ਵੀ ਉੱਦਾਂ ਤਾਂ ਨਹੀਂ ਕੀਤਾ, ਪਰ ਜਿਸ ਦਿਨ, ਮੇਰੀ ਗੱਲ ਸੁਣੋ, ਜਿਸ ਦਿਨ ਤੁਸੀਂ ਪੰਜਾਬ ਬੰਦ ਦੀ ਕਾਲ ਕਰਦੇ ਹੋ ਉਹ ਚੱਕਾ ਜਾਮ ਦੀ ਕਰ ਦਿੰਦੇ ਨੇ, ਜਿਸ ਦਿਨ ਤੁਸੀਂ 1 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਗੱਲ ਕਰਦੇ ਹੋ ਉਦੋਂ ਉਹ ਚੰਡੀਗੜ੍ਹ ਨੂੰ ਤੁਰ ਪੈਂਦੇ ਨੇ। ਉਹ ਉਹੀ ਦਿਨ ਕਿਉਂ ਚੁਣਦੇ ਨੇ ਜਿਸ ਦਿਨ ਤੁਸੀਂ ਐਲਾਨ ਕਰਦੇ ਹੋ? ਸੁਣੋ, ਤੁਸੀਂ ਸੁਣੋ, ਦੇਖੋ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ, ਬੜਾ ਸਪਸ਼ਟ ਹੋ, ਸਵਾਲ ਤੁਹਾਡਾ ਕੀਮਤੀ ਆ। ਜਿੱਦਣ ਸੁਖਬੀਰ ਬਾਦਲ ਨੇ ਕੇਂਦਰ ਦੀ ਚਿੱਠੀ ਪੜ੍ਹਾਤੀ ਲੋਕਾਂ ਨੂੰ ਕਿ ਇਹ ਤੁਹਾਡੇ ਹੱਕ 'ਚ ਵਾ, ਇਹ ਸਾਡੇ ਹੱਕ 'ਚ ਨਹੀਂ ਸੀ। ਜਦੋਂ ਲੋਕਾਂ ਨੇ ਮੂੰਹ ਮੋੜ ਲਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ, ਉਹਨਾਂ ਦਾ ਹੋਰ ਕੋਈ ਚਾਰਾ ਹੀ ਨਹੀਂ ਰਹਿ ਗਿਆ ਕਿ ਉਹਦੀ ਹਰਸਿਮਰਤ ਕੌਰ ਅਸਤੀਫਾ ਦੇਵੇ। ਉਹਨਾਂ ਅਸਤੀਫਾ ਦੇਤਾ ਸਿਰਫ ਉਹ ਆਪਣੀ ਹੋਂਦ ਬਚਾਉਣ ਲਈ। ਕਾਮਰੇਡ ਜੀ, ਗੱਲ ਤਾਂ ਸੁਣੋ ਨਾ, ਸਾਰੀ ਦੁਨੀਆ ਨੂੰ ਪਤਾ ਕੀ ਕਾਹਦੇ ਵਾਸਤੇ ਅਸਤੀਫਾ ਦਿੱਤਾ। ਮੈਂ ਗੱਲ ਤੁਹਾਡੇ ਕੋਲ ਇਹ ਪੁੱਛੀ ਵੀ 25 ਤਰੀਕ ਨੂੰ ਤੁਹਾਡਾ ਪ੍ਰੋਗਰਾਮ ਦਾ ਐਲਾਨ ਹੁੰਦਾ, 1 ਤਰੀਕ ਨੂੰ ਵੀ ਤੁਹਾਡੇ ਪ੍ਰੋਗਰਾਮ ਦਾ ਐਲਾਨ ਹੁੰਦਾ, ਇਹ ਦੋਨਾਂ ਤਰੀਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਖੱਡਾਂ ਚੋਂ ਬਾਹਰ ਕਿਉਂ ਨਿਕਲਦਾ? ਸਿਰਫ ਉਹ 22 ਦੀ ਇਲੈਕਸ਼ਨ ਲੜ ਰਹੇ ਨੇ, ਪਬਲਿਕ ਨਾਲ, ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਧੋਖਾ ਕਰਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰ ਰਹੇ ਨੇ। 25 ਨੂੰ ਅਸਾਂ ਧਰਨੇ ਲਾਏ, 100% ਧਰਨੇ ਲਾਏ, ਕੋਈ ਕੀੜੀ ਨਹੀਂ ਸੜਕ ਤੋਂ ਦੀ ਲੰਘੀ। ਮੈਂ ਪੁੱਛਣਾ ਅਕਾਲੀ ਦਲ ਵਾਲਿਆਂ ਨੂੰ, ਤੁਸੀਂ ਸੜਕਾਂ ਤੇ ਧਰਨਾ ਲਾ ਕੇ ਕੀ ਰੋਕਣ ਗਏ? ਕਿਸੇ ਦਾ ਪੱਜ ਤੇ ਆਪਣਾ ਰੱਜ, ਅਸੀਂ ਆਮ ਜੀ ਕਹਾਵਤ ਆ ਨਾ ਜੀ। ਤੇ ਅਸੀਂ ਉਸੇ ਦਿਨ, ਵੈਸੇ ਤਾਂ ਜਿਹਨੂੰ ਤੁਸੀਂ ਕਿਹਾ ਜੀ ਪੰਜਾਬ ਬੰਦ, ਤੇ ਪੰਜਾਬ ਬੰਦ ਚੱਕਾ ਜਾਮ 'ਚ ਕੀ ਫਰਕ ਹੁੰਦਾ ਜੀ, ਇਹ ਦੱਸ ਦਿਓ ਜਰਾ। ਵੇਖੋ ਜੀ, ਪੰਜਾਬ ਬੰਦ ਤੇ ਚੱਕਾ ਜਾਮ, ਅਸੀਂ ਤੇ ਜਿਹੜਾ ਪੰਜਾਬ ਬੰਦ ਸਮਝ ਲਓ ਪੂਰਾ ਬੰਦ ਆ, ਤੇ ਚੱਕਾ ਜਾਮ ਤੇ ਇੱਕ ਨਾਟਕ ਆ। ਇਹਨਾਂ ਜਿਹੜਾ ਅਕਾਲੀ ਦਲ ਵਾਲਿਆਂ ਨੇ ਉਦੋਂ ਨਾਟਕ ਕੀਤਾ, ਤੇ ਨਾਟਕ ਇਹ ਕਰਕੇ ਕੀਤਾ ਵੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਵਾ ਉਹਨੂੰ ਫੇਲ ਕਰੀਏ। ਇਹ ਮੇਰਾ ਖਿਆਲ ਕਹਿੰਦਾ ਅਜੇ ਵੀ ਇਹਨਾਂ ਦੀ ਸਥਿਤੀ ਸਾਫ਼ ਨਹੀਂ ਗਈ, ਅਜੇ ਵੀ ਇਹ ਬੀਜੇਪੀ ਨਾਲ ਰਲੇ ਆ, ਅਜੇ ਵੀ ਇਹਨਾਂ ਦਾ ਧਿਆਨ ਬੀਜੇਪੀ ਵਾਲਿਆਂ ਲਾ। ਜੇ ਅਸੀਂ 1 ਤਰੀਕ ਨੂੰ ਟੋਟਲ ਕਿਸਾਨ ਜਥੇਬੰਦੀਆਂ ਨੇ ਇੱਕ ਮੀਟਿੰਗ ਕੀਤੀ ਵੀ ਕੁੱਲ ਪੰਜਾਬ ਦੀਆਂ ਟ੍ਰੇਨਾਂ ਬੰਦ, ਤੇ ਇਹਨਾਂ ਨੇ ਸੋਚਿਆ ਵੀ ਟ੍ਰੇਨਾਂ ਤੇ ਬੰਦੇ ਨਾ ਇਕੱਠੇ ਹੋਣ, ਇਹਨਾਂ ਪਿੰਡੋ ਪਿੰਡੀ ਸਾਰੇ ਆਪਣੇ ਵਰਕਰਾਂ ਨੂੰ, ਆਪਣੇ ਦਿਹਾੜੀਆਂ ਤੇ ਬੰਦਿਆਂ ਨੂੰ, ਦਿਹਾੜੀ ਦੇ ਬੰਦਿਆਂ ਨੂੰ ਕੋਲੋਂ ਤੇਲ ਦੇ ਕੇ ਇਹਨਾਂ ਨੂੰ ਚੰਡੀਗੜ੍ਹ ਨੂੰ ਸਿੱਧੇ ਕਰਤੇ ਵੀ ਚਲੋ ਐ ਨੂੰ ਚੱਲੀਏ, ਟ੍ਰੇਨਾਂ ਦੇ ਬੰਦੇ ਨਾ ਜਾਣ। ਇਹ ਲੋਕ ਅਜੇ ਇਹਨਾਂ ਦੀ ਗੱਲ ਸਮਝਦੇ ਆ। ਬਿਲਕੁਲ ਰਾਜਨੀਤਿਕ ਜਿੰਨੇ ਬੰਦੇ ਆ, ਮੈਂ ਇੱਕ ਬੰਦੇ ਦੀ ਗੱਲ ਨਹੀਂ ਕਰਦਾ, ਸਭ ਤੋਂ ਜਿਹੜਾ ਵੱਡਾ ਜਿਹੜਾ ਵਾ ਇਹ ਵੇਲੇ ਅਕਾਲੀ ਨੇ, ਜਿਹੜਾ ਅਕਾਲੀ ਦਲ ਨੇ ਯੂ ਟਰਨ ਮਾਰਿਆ ਵਾ, ਉਹਨੇ ਸਿਰਫ ਇਹ ਕਰਕੇ ਮਾਰਿਆ ਕਿ ਸਾਡਾ ਕਿਸਾਨ ਜਥੇਬੰਦੀਆਂ ਦਾ ਨਾਰਾ ਹੀ ਕਿ ਜਿਹੜਾ ਸਾਡੇ ਨਾਲ ਖੜੂ ਉਹੋ ਹੀ ਪਿੰਡਾਂ 'ਚ ਵੜੂ। ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ। ਪਰ ਉਹ ਤਾਂ ਕਹਿ ਰਹੇ ਸਾਡਾ ਅਕਾਲੀ ਦਲ ਦਾ ਇੱਕੋ ਹੀ ਨਾਰਾ ਸਭ ਤੋਂ ਜ਼ਿਆਦਾ ਸਾਨੂੰ ਕਿਸਾਨ ਪਿਆਰਾ। ਬਿਲਕੁਲ ਗਲਤ ਗੱਲ ਆ ਜੀ, ਉਹਨਾਂ ਨੂੰ ਕਿਸਾਨ ਨਹੀਂ ਪਿਆਰਾ, ਅਕਾਲੀ ਦਲ ਦਾ ਇੱਕੋ ਨਾਰਾ, ਉਹਨਾਂ ਨੂੰ ਆਪਣੀ ਕੁਰਸੀ ਪਿਆਰੀ, ਤੇ ਉਹਨਾਂ ਨੂੰ ਆਪਣੀਆਂ ਜਾਇਦਾਦਾਂ ਪਿਆਰੀਆਂ, ਉਹਨਾਂ ਨੂੰ ਆਪਣੇ ਹੋਟਲ ਪਿਆਰੇ। ਇਹ ਵੇਲੇ ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਅਕਾਲੀ ਦਲਾਂ ਦੇ ਹੋਟਲ ਨਹੀਂ ਤੇ ਜਿੱਥੇ ਇਹਨਾਂ ਦੀਆਂ ਜਾਇਦਾਦਾਂ ਨਹੀਂ। ਇਹ ਤਾਂ ਮਤਲਬ ਤੁਸੀਂ ਕਾਂਗਰਸ ਨੂੰ ਕਲੀਨ ਚਿੱਟ ਦੇ ਰਹੇ ਹੋ, ਕਾਂਗਰਸ ਦਾ ਕਿਤੇ ਜ਼ਿਕਰ ਨਹੀਂ ਹੈ? ਨਾ, ਜਿਹੜੀ ਕਾਂਗਰਸ ਆ, ਵੇਖੋ ਕਾਂਗਰਸ ਨੇ ਵੱਡੇ ਵਾਅਦੇ ਕੀਤੇ, ਕੈਪਟਨ ਨੇ, ਜਦੋਂ ਸਰਕਾਰ 10 ਸਾਲੀ ਸਰਕਾਰ ਆਈ ਕੈਪਟਨ ਸਾਹਿਬ ਦੀ, ਵੱਡੇ ਵਾਅਦੇ ਕੀਤੇ ਵੀ ਕਿਸਾਨੋਂ ਤੁਹਾਡੇ ਕਰਜ਼ੇ ਮਾਫ, ਤੁਹਾਡੇ ਆੜ੍ਹਤੀਆਂ ਦੇ ਕਰਜ਼ੇ ਮਾਫ, ਤੁਹਾਡੀਆਂ ਕਰਜ਼ਾ ਕੁਰਕੀ ਖਤਮ, ਜੇ ਫਸਲ ਦਾ ਪੂਰੀ ਰਕਮ, ਨਾ ਫਸਲ ਦੀ ਪੂਰੀ ਰਕਮ ਮਿਲੀ ਆ, ਨਾ ਕਰਜ਼ਾ ਕੁਰਕੀ ਮੁੱਕੀ ਆ। ਬਿਲਕੁਲ ਇਹਨਾਂ ਨੇ ਜਿਹੜੇ ਕਾਂਗਰਸੀ ਦੇ ਐਮਐਲਏ, ਮੈਂ ਤੁਹਾਡੇ ਚੈਨਲ ਰਾਹੀਂ ਕਹਿੰਦਾ, ਇਹਨਾਂ ਨੇ ਵਰਕਰਾਂ ਨੂੰ ਲੁੱਟ ਕੇ ਖਾ ਲਿਆ। ਹੁਣ ਤੁਹਾਨੂੰ ਨਹੀਂ ਲੱਗਦਾ ਕਿ ਜੋ ਰਾਜਨੀਤਿਕ ਪਾਰਟੀਆਂ, ਉਹਨਾਂ ਦਾ ਨਾਰਾ ਬਦਲ ਦੇਣਾ ਚਾਹੀਦਾ? ਉਹਨਾਂ ਦਾ ਰਾਜਨੀਤਿਕ ਪਾਰਟੀਆਂ ਦਾ ਇੱਕੋ ਹੀ ਨਾਰਾ, ਕਿਸਾਨ ਰੱਬ ਨੂੰ ਪਿਆਰਾ। ਬਿਲਕੁਲ, ਇਹ ਜਿਹੜੇ ਹੈਗੇ ਆ ਨਾ, ਜਿਹੜੀ ਕਿਸਾਨਾਂ ਦੀ ਜਿਹੜੀ ਆ ਨਾ ਇਹ ਵੇਲੇ ਜ਼ਿੰਦਗੀ ਤੇ ਕਿਸਾਨਾਂ ਦੀ ਫਸਲ ਸਾਰੀ ਰੱਬ ਨਾਲ ਭਾਈ ਵਾਲੀ ਆ। ਬਿਲਕੁਲ ਸਹੀ ਗੱਲ ਆ। ਰੱਬ ਚਾਵੇ, ਰੱਬ ਹੀ ਦੇਣ ਡਿਆ ਇਹਨਾਂ ਨੂੰ ਮਾੜੀ ਮੋਟੀ ਆ ਰੋਟੀ ਤੇ ਮਾੜਾ ਮੋਟਾ ਕੰਮ ਚੱਲਣ ਡਿਆ। ਸਰਕਾਰਾਂ ਦੋਵਾਂ ਤਿੰਨਾਂ ਦਾ ਹੀ, ਜਿੰਨੀਆਂ ਵੀ ਹੈਗੀਆਂ, ਸਾਰਿਆਂ ਦਾ ਜ਼ੋਰ ਆ ਵੀ ਇਹਨਾਂ ਨੂੰ ਮਾਰ ਦਈਏ ਤੇ ਅਸੀਂ ਜਿਹੜੇ ਆਪਣੇ ਨਿਆਣੇ ਜਿਹੜੇ ਉਹ ਬਚਾ ਲਈਏ। ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ ਆ। ਜਿਹੜੀ ਇਹ ਜ਼ਿਮੀਂਦਾਰ ਆ, ਇਹਨਾਂ ਦੇ ਨਿਆਣੇ ਹੁਣ ਰੱਬ ਸਿਰ ਤੇ ਹੀ ਆ। ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਜੋ ਐਸਜੀਪੀਸੀ ਹੈ ਉਹਦਾ ਕੰਮ ਕੀ ਹੈ ਵੈਸੇ? ਵੇਖੋ ਐਸਜੀਪੀਸੀ ਜਿਹੜੀ ਆ, ਉਹਦਾ ਮੇਰਾ ਖਿਆਲ ਪਤਾ ਨਹੀਂ ਕਿੰਨੇ ਹਜ਼ਾਰ ਕਰੋੜਾਂ ਦਾ ਬਜਟ ਵਾ। ਦੱਸੋ ਕੋਈ ਹਸਪਤਾਲ 'ਚ ਫ੍ਰੀ ਇਲਾਜ ਹੈਗਾ? ਮੈਂ ਤੁਹਾਡੇ ਕੋਲ ਫਿਰ ਪੁੱਛਦਾ, ਮੈਂ ਤੁਹਾਨੂੰ ਕਹਿ ਰਿਹਾ ਸਵਾਲ ਤੇ ਰਹੀ ਆਪਾਂ, ਕੰਮ ਕੀ ਹੈ?
ਕੰਮ ਤੇ ਉਹਨਾਂ ਦਾ ਵੀ ਲੋਕ ਸੇਵਾ ਕਰਨ, ਓਕੇ ਪਰ ਲੋਕ ਸੇਵਾ ਹੋਈ ਕਿੱਥੇ? ਕੱਲ ਪਰਸੋਂ 1 ਤਰੀਕ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨਿਕਲਦੀ ਹੈ ਚੰਡੀਗੜ੍ਹ ਵਾਸਤੇ ਇੱਥੋਂ ਇਹਨਾਂ ਦਾ ਕਾਫਲੇ ਚੱਲਦੇ ਨੇ ਤੇ ਲੰਗਰ ਜਿਹੜੇ ਗੁਰੂ ਘਰਾਂ ਤੋਂ ਨਿਕਲੇ ਨੇ, ਐਸਜੀਪੀਸੀ ਨੇ ਲੰਗਰ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਛਕਾਏ ਨੇ ਤੇ ਇਹ ਕਿਸਾਨਾਂ ਵਾਸਤੇ ਵੀ ਤੇ ਆਂਦੇ ਹੋਣੇ ਨੇ, ਕਿਸੇ ਨਾ ਕਿਸੇ ਜਗ੍ਹਾ ਤੋਂ ਐਸਜੀਪੀਸੀ ਲੰਗਰ ਭੇਜ ਰਹੀ ਤੁਹਾਨੂੰ ਇੱਥੇ? ਨਹੀਂ ਜੀ ਨਹੀਂ, ਐਸਸੀਪੀਸੀ ਦੇ ਕਿਸ ਕਿਸਾਨਾਂ ਦੇ ਧਰਨੇ ਤੇ ਕੋਈ ਲੰਗਰ ਨਹੀਂ ਉਹਨਾਂ ਦਾ ਪਹੁੰਚਾ। ਪਿੰਡਾਂ ਵਿੱਚੋਂ ਜਿਹੜੇ ਪਿੰਡਾਂ 'ਚ ਸਾਡੇ ਲੋਕਲ ਗੁਰਦੁਆਰੇ ਆ, ਜਿਹੜੇ ਪਿੰਡਾਂ ਦੇ ਗੁਰਦੁਆਰੇ ਆ, ਉੱਥੋਂ ਲੰਗਰ ਆਉਂਦੇ ਆ, ਉੱਥੋਂ ਸਾਰੀਆਂ ਸੇਵਾ ਬੜੀਆਂ ਪਿੰਡਾਂ 'ਚੋਂ ਆਉਂਦੀਆਂ। ਵੇਖੋ ਐਸਸੀਪੀਸੀ ਨੇ ਤੇ ਉਹਨਾਂ ਨੂੰ ਨਾਲ ਗੱਡੀਆਂ ਵੀ ਅਪਲਾਈ ਉਹ ਕਰਾ ਕੇ ਦਿੱਤੀਆਂ ਜਿਨ੍ਹਾਂ ਦੇ ਉੱਤੇ ਵਧੀਆ ਬਹਿ ਕੇ ਉਹ ਚੰਡੀਗੜ੍ਹ ਤੱਕ ਜਾਣ। ਮਤਲਬ ਉਹ ਤੇ ਆਈ ਇਹਨਾਂ ਦੀ ਹੈ ਜੀ। ਪਰ ਕਿਸਾਨ ਆ ਨਾ ਜਿਹੜਾ ਚੰਡੀਗੜ੍ਹ ਗਿਆ ਹੈ, ਉਹਦੇ ਕੋਲ ਜਿਹੜੀ ਵੀ ਗੱਡੀ ਦੇਖੀ ਹੈ ਜੀ, ਕਿਸੇ ਕੋ 4 ਲੱਖ ਵਾਲੀ, ਕਿਸੇ ਕੋ 5 ਲੱਖ ਵਾਲੀ, ਕਿਸੇ ਕੋ 7 ਲੱਖ ਵਾਲੀ, ਮਤਲਬ ਗੱਡੀਆਂ ਬੜੀਆਂ ਮਹਿੰਗੀਆਂ ਸੀ ਜਿਹੜੀਆਂ ਚੰਡੀਗੜ੍ਹ ਗਈਆਂ। ਤੇ ਜੇ ਉਹ ਕਿਸਾਨ ਇੰਨਾ ਅਮੀਰ ਹੈ ਤੇ ਸੜਕਾਂ ਤੇ ਬੈਠਾ ਇਹ ਕਿਸਾਨ ਕਿਹੜਾ ਹੈ ਤੇ ਜਿਹੜਾ ਉਹਨਾਂ ਨਾਲ ਗਿਆ ਸੀ ਉਹ ਕਿਸਾਨ ਕਿਹੜਾ? ਵੇਖੋ ਉਹ ਕਿਸਾਨ ਨਹੀਂ ਗਿਆ, ਉਹ ਇਹਨਾਂ ਦੇ ਗਏ ਅਕਾਲੀ ਦਲ ਦੇ ਸਰਪੰਚ ਤੇ ਪੰਚ ਜਿਨ੍ਹਾਂ ਨੇ 10-10 ਸਾਲ ਇਹਨਾਂ ਨੂੰ ਇਹ ਪੈਸੇ ਖਵਾਏ ਆ ਤੇ ਲੁੱਟ ਕੇ ਉਹਨਾਂ ਦੇ ਘਰ ਬਣਾਏ ਆ। ਉਹਨਾਂ ਬੰਦਿਆਂ ਨੂੰ ਉਹਨਾਂ ਸੱਦ ਕੇ ਖੜਿਆ, ਕਿਸਾਨ ਨਹੀਂ ਉਹਨਾਂ ਨੂੰ ਕਹਿ ਸਕਦੇ। ਬਿਲਕੁਲ ਕੋਈ ਕਿਸਾਨ ਨਹੀਂ ਗਿਆ ਉਹਨਾਂ ਦੇ ਨਾਲ, ਕਿਸਾਨ ਗਏ ਨਹੀਂ। ਜਿਹੜੇ ਬੰਦੇ ਕੋ ਸਰਪੰਚਾਂ ਨੇ ਖੜੇ ਆ ਨਾ ਪਿੰਡਾਂ 'ਚੋਂ, ਉਹਨਾਂ ਨਾਲ ਦਿਹਾੜੀਦਾਰਾਂ ਕਰਕੇ ਜਿਹੜੇ ਇਹਨਾਂ ਦੇ ਸਾਬਕਾ ਸਰਪੰਚੀ ਉਹਨਾਂ ਨੂੰ ਕੋਲੋਂ ਦਿਹਾੜੀਆਂ ਦੇ ਕੇ ਫੇਰ ਖੜੇ ਆ, ਉਹ ਬਿਲਕੁਲ ਕੋਈ ਕਿਸਾਨ ਨਹੀਂ ਗਿਆ। ਬਿਲਕੁਲ ਕਿਸਾਨ ਕਹਿੰਦੇ ਨੇ ਕਿ ਨਹੀਂ ਗਿਆ ਚੰਡੀਗੜ੍ਹ ਕੋਈ ਵੀ। ਕਿਸਾਨੀ ਨਾਲ ਪਿਆਰ ਕਰਦਾ ਨਾ ਉਹ ਇੱਥੇ ਆ। ਓਕੇ, ਉਹ ਪੰਜਾਬ ਬੰਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੈਠਾ ਹੈ ਜੀ ਬਿਲਕੁਲ, ਜਿਹੜਾ ਕਿਸਾਨੀ ਨਾਲ ਪਿਆਰ ਕਰਦਾ ਹੈ। ਬਿਲਕੁਲ ਜੀ। ਉਹ ਪਟੜੀਆਂ ਤੇ ਰੇਲ ਪਟੜੀਆਂ ਤੇ ਕੀ ਨਾਂ ਤੁਹਾਡਾ ਜੀ? ਹਰਭਜਨ ਸਿੰਘ, ਨਵਾਂ ਪਿੰਡ। ਜੀ, ਪਾਰਟੀ ਦਾ ਆਪਣੀ ਜਥੇਬੰਦੀ ਦਾ ਨਾਮ ਦੱਸ ਦਿਓ। ਭਾਰਤੀ ਕਿਸਾਨ ਯੂਨੀਅਨ ਲਖਵਾਲ। ਤੁਸੀਂ ਤਾਂ ਪਟੜੀ ਤੇ ਆ ਗਏ ਹੋ, ਸਰਕਾਰਾਂ ਕਦੋਂ ਪਟੜੀ ਤੇ ਆਉਣਗੀਆਂ? ਵੇਖੋ ਜਿਹੜਾ ਇਕੱਠ ਹੁੰਦਾ ਵਾ ਜ਼ਿਮੀਂਦਾਰ ਯੂਨੀਅਨ ਦਾ, ਇਹਨਾਂ ਦੇ ਮਗਰ ਇਹ ਇੱਕ ਉਂਗਲ ਜਿਹੜੀ ਆ ਕਿਸੇ ਦਾ ਕੱਖ ਵਿਗਾੜ ਨਹੀਂ ਸਕਦੀ। ਜਦੋਂ ਸਾਰਾ ਕਿਸਾਨ ਇੱਕ ਮੁੱਠ ਘਸੁੰਨ ਬਣ ਜਾਏਗਾ, ਇਹਨਾਂ ਦੀ ਛਾਤੀ 'ਚ ਵੱਜੇਗਾ, 1 ਇੰਚ ਛਾਤੀ ਚੌੜੀ ਹੋ ਜੂਗੀ, ਇਹ ਸਾਡੇ ਮਗਰ ਆਉਣਗੇ। ਅੱਗੇ ਅਸੀਂ ਇਹਨਾਂ ਦੇ ਮਗਰ ਜਾਂਦੇ ਸੀ ਪਾਰਟੀਆਂ ਦੇ, ਹੁਣ ਪਾਰਟੀਆਂ ਕਿਸਾਨਾਂ ਮਗਰ ਆਉਣਗੀਆਂ ਕਿਉਂਕਿ ਇਹ ਵੋਟਾਂ ਦੇ ਮਾਲਕ ਨੇ, ਇਹ ਪਿੰਡਾਂ ਦੇ ਜੁਝਾਰੂ ਲੋਕ ਨੇ, ਇਹ ਕਿਰਤੀ ਲੋਕ ਨੇ। ਤੇ ਦੇਸ਼ ਮੇਰੇ ਦੇ ਇਹ ਮਜ਼ਦੂਰੋ ਕਿਰਤੀ ਤੇ ਕਿਸਾਨੋ, ਕਿਉਂ ਜੇ ਸੁੱਤੇ ਗੂੜੀ ਨੀਂਦੇ, ਆਪਣੇ ਫਰਜ਼ ਪਛਾਨੋ, ਅੰਨੀ ਪੀਵੇ ਕੁੱਤੀ ਚੱਟੇ, ਦੁੱਧ ਦੀ ਰਾਖੀ ਮਾਣੋ, ਉੱਠੋ ਖੰਜਰਾ ਹੋਸ਼ ਸੰਭਾਲੋ, ਹੁਣ ਨਾ ਲੰਮੀਆਂ ਤਾਣੋ, ਸਾਡਾ ਇਹ ਨਾਰਾ। ਲੰਮੀਆਂ ਤਾਣ ਵਾਲੇ ਕੌਣ ਨੇ? ਜਿਹੜੇ ਉੱਠੇ ਹੀ ਨਹੀਂ, ਜਿਨ੍ਹਾਂ ਨੂੰ ਹੋਸ਼ ਹੀ ਨਹੀਂ ਹੈ। ਜਿਹੜੇ ਚੁੰਮਚੇ ਹੁੰਦੇ ਆ ਪਾਰਟੀਆਂ ਦੇ, ਥੋੜੇ ਕੜਛੀਆਂ ਬਣ ਜਾਂਦੀਆਂ ਕਈ। ਪਰ ਚੁੰਮਚੇ ਤੇ ਕੌਲੀਆਂ ਖਾਲੀ ਕਰ ਜਾਂਦੇ, ਭਾਂਡੇ ਖਾਲੀ ਕਰ। ਕੋਈ ਗੱਲ ਨਹੀਂ, ਇਹ ਤੁਸੀਂ ਫਿਕਰ ਮਤ ਕਰੋ। ਤੁਰ ਪੈਣਗੇ ਜਦ ਇਕੱਠੇ ਲੋਕ, ਗਨ ਬੰਦੂਕਾਂ ਸਕਣ ਨਾ ਰੋਕ, ਤੁਰ ਪਏ ਜਦ ਲੋਕਾਂ ਦੇ ਢਾਣੇ, ਮੂੰਹ ਸਬੀਨਾ ਦੇ ਰੁਕ ਜਾਣੇ। ਕਿਆ ਬਾਤ ਹੈ, ਕਿਆ ਬਾਤ ਹੈ। ਇਹੀ ਜੋਸ਼ ਔਰ ਇਹੀ ਹੋਸ਼ ਜੇਕਰ ਨਿਰੰਤਰ ਜਾਰੀ ਰਿਹਾ ਔਰ ਇਹਦਾ ਤਾਲਮੇਲ ਰਿਹਾ ਤਾਂ ਨਤੀਜੇ ਸਾਰਥਕ ਹੋਣਗੇ। ਜੋ ਇਹਨਾਂ ਦੀ ਮੰਗ ਹੈ ਉਹ ਪੂਰੀ ਵੀ ਹੋ ਸਕਦੀ ਹੈ, ਕੇਂਦਰ ਝੁਕੇਗੀ ਵੀ ਜ਼ਰੂਰ, ਕਿਉਂਕਿ ਪੰਜਾਬ ਦੇ ਵਿੱਚੋਂ ਉੱਠੀ ਚਿੰਗਾਰੀ ਭਾਂਬੜ ਬਣਦੀ ਜਾ ਰਹੀ ਹੈ। ਔਰ ਰਹੀ ਗੱਲ ਪੂਰੇ ਦੇਸ਼ ਦੀ, ਬੇਸ਼ੱਕ ਅਸੀਂ ਦੇਖੀਆਂ ਵੀਡੀਓ ਵੱਖ-ਵੱਖ ਜਗ੍ਹਾ ਤੋਂ, ਬਹੁਤ ਸਾਰੇ ਕਿਸਾਨਾਂ ਨੂੰ ਬੀਜੇਪੀ ਦੇ ਕੋਈ ਚਾਪਲੂਸ, ਕੋਈ ਚਮਚੇ ਉਹਨਾਂ ਜਥੇਬੰਦੀਆਂ ਨੂੰ ਜਿਹੜੇ ਰੋਸ ਮਾਰਚ ਕਰ ਰਹੇ ਨੇ, ਉਹਨਾਂ ਦੀਆਂ ਗੱਡੀਆਂ ਰੋਕਦੇ ਨੇ, ਉਹਨਾਂ ਨੂੰ ਕੁੱਟਦੇ ਨੇ, ਉਹਨਾਂ ਨੂੰ ਬੇਇੱਜ਼ਤ ਕਰਦੇ ਨੇ। ਪਰ ਇੱਥੇ ਅਜੇ ਤੱਕ ਪੰਜਾਬ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਪਈ ਕੋਈ ਆਣ ਕੇ ਬੀਜੇਪੀ ਦਾ ਬੰਦਾ ਇਸ ਰੇਲ ਦੀ ਪਟੜੀ ਤੇ ਕੀ ਕਿਤੇ ਆਂਦੇ ਜਾਂਦੇ ਕਿਸਾਨ ਨੂੰ ਵੀ ਰੋਕ ਲਵੇ, ਕਿਤੇ ਝੰਡੇ ਫੜੇ ਹੋਏ ਨੂੰ ਰੋਕ ਕੇ ਇੰਨੀ ਗੱਲ ਕਹਿ ਸਕੇ। ਪਰ ਬੀਜੇਪੀ ਦਾ ਬਾਰ-ਬਾਰ ਜ਼ਿਕਰ ਆ ਰਿਹਾ, ਜਿਹੜੀ ਇੱਥੋਂ ਦੀ ਬੀਜੇਪੀ ਹੈ ਉਹਦੀ ਕੀ ਪੋਜੀਸ਼ਨ ਹੈ? ਵੇਖੋ ਜੀ, ਹੁਣ ਸਮੇਂ ਮੁਤਾਬਕ ਆਸਤੇ ਤੁਹਾਨੂੰ ਇਹ ਗੱਲ ਦਾ ਪਤਾ ਲੱਗ ਜਾਏਗਾ। ਜਿਹੜੀਆਂ ਬੀਜੇਪੀ ਦੀਆਂ ਦੁਕਾਨਾਂ ਨੇ, ਉਹ ਆਸਤੇ ਯੂਨੀਅਨ ਪ੍ਰਚਾਰ ਕਰੇਗੀ ਵੀ ਇਹਨਾਂ ਦੀ ਦੁਕਾਨਾਂ ਤੇ ਨਹੀਂ ਜਾਣਾ, ਇਹਨਾਂ ਦੀ ਕੱਪੜੇ ਦੀ ਦੁਕਾਨ ਤੇ ਨਹੀਂ ਜਾਣਾ, ਇਹਨਾਂ ਦੇ ਸਕੂਲ 'ਚ ਬੱਚਾ ਦਾਖਲ ਨਹੀਂ ਹੋਣ ਦੇਣਾ। ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਕਿਸਾਨ ਕੀ ਨੇ। ਕੀ ਬਾਤ ਹੈ ਭਾਈ। ਆਰਥਿਕ ਤੌਰ ਤੇ ਜਦ ਤੱਕ ਸੱਟ ਨਾ ਮਾਰੀ ਜਾਏ ਨਾ ਕਿਸੇ ਨੂੰ, ਤਦ ਤੱਕ ਉਹਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ। ਇਹਨਾਂ ਦੀਆਂ ਕਿਹੜੀਆਂ ਜ਼ਮੀਨਾਂ ਨੇ, ਇਹਨਾਂ ਦੀਆਂ ਕਿਹੜੀਆਂ ਬੀਜੇਪੀ ਵਾਲੇ ਦੀਆਂ ਪੈਲੀਆਂ ਨੇ, ਉਹਨਾਂ ਨੂੰ ਕੀ ਪਤਾ ਕਿਸਾਨਾਂ ਦੀਆਂ ਮੁਸ਼ਕਲਾਂ ਦਾ। ਹੁਣ ਉਹਨਾਂ ਦੀਆਂ ਦੁਕਾਨਾਂ ਤੇ ਜਦੋਂ ਸੱਟ ਪਏਗੀ ਨਾ, ਫਿਰ ਵੇਖਣੇ ਕਿ ਉਹਨਾਂ ਦਾ ਕੀ ਬਣਦਾ। ਫਿਰ ਵੇਖਿਓ ਢਿੱਡ ਪੀੜ ਕਿੱਦਾਂ ਹੁੰਦੀ ਤੇ ਫਿਰ ਪਸੀਨੇ ਕਿੱਦਾਂ ਛੁੱਟਦੇ ਨੇ, ਜਦੋਂ ਲਾਲਾ ਜੀ ਸਾਰਾ ਦਿਨ ਪੱਖੀ ਦੇ ਨਾਲ ਮੱਖੀਆਂ ਮਾਰਦੇ ਰਹਿਣਗੇ ਤੇ ਦੁਕਾਨ ਤੇ ਗਾਹ ਕੋਈ ਨਹੀਂ ਜਾਏਗਾ। ਡੀਕਦੇ ਨੇ ਉਹ ਵੀ ਦੀਵਾਲੀ ਆ ਗਈ ਹੈ, ਝੋਨਾ ਇਹਨਾਂ ਨੇ ਸੁੱਟਣਾ ਜੱਟਾਂ ਨੇ, ਔਰ ਉਹਦੇ ਬਾਅਦ ਨੋਟਾਂ ਦੇ ਨਾਲ ਜੇਬਾਂ ਭਰ ਕੇ ਸਾਡੀ ਕੱਪੜੇ ਵਾਲੀ ਦੁਕਾਨ ਤੇ ਆਉਣਾ ਹੈ, ਕੋਈ ਕਹਿੰਦਾ ਜੀ ਕਰਿਆਨੇ ਵਾਲੀ ਦੁਕਾਨ ਤੇ ਆਉਣਾ, ਨਵੇਂ ਭਾਂਡੇ ਲੈਣੇ ਨੇ, ਕਿਸੇ ਨੇ ਹੋਰ ਖਰੀਦਦਾਰੀ ਕਰਨੀ ਹੈ। ਸੋ
ਹਾਲਾਤ ਜਿਹੜੇ ਨੇ ਨਾ ਇਹ ਬਿਲਕੁਲ ਠੀਕ ਹੈ। ਵਾਕਿਆ ਹੀ ਇਹ ਗੱਲ ਪੂਰੇ ਪੰਜਾਬ 'ਚ ਲਾਗੂ ਹੋ, ਜਿਹੜਾ ਪੰਜਾਬ ਦਾ ਕਿਸਾਨ ਹੈ ਕਿਸੇ ਬੀਜੇਪੀ ਵਾਲੀ ਦੀ ਦੁਕਾਨ ਤੇ ਨਹੀਂ ਵੜੇਗਾ। ਬਿਲਕੁਲ ਅਸੀਂ ਇਹ ਪ੍ਰਚਾਰ ਕਰਾਂਗੇ, ਨਾ ਸੁਨਿਆਰੇ ਦੀ ਦੁਕਾਨ ਤੇ ਜਾਵਾਂਗੇ। ਇਹ ਜਦੋਂ ਪ੍ਰਚਾਰ ਜਾਏਗਾ ਇਹ ਕੰਮਣਗੇ, ਇਹਨਾਂ ਦੇ ਰੁਜ਼ਗਾਰ ਬੰਦ ਹੋਣਗੇ। ਇਹ ਸਾਡੇ ਮਗਰ ਪਛਾਣਾਂਗੇ ਕਿਵੇਂ ਕਿ ਉਹ ਬੀਜੇਪੀ ਵਾਲੇ ਦੀ ਦੁਕਾਨ ਹੈ, ਉਹ ਕਾਂਗਰਸ ਵਾਲੇ ਦੀ ਦੁਕਾਨ, ਨੂੰ ਝੰਡੀ ਲਾਉਣੀ ਪਏਗੀ ਬਾਹਰ। ਨਹੀਂ ਜੀ, ਉਹ ਪਹਿਲੇ ਜਿਹੜੇ ਬਣੇ ਆ, ਜਿੱਦਾਂ ਇੱਥੇ ਮਿੱਤਲ ਸਾਹਿਬ ਨੇ, ਅੱਛਾ, ਉਹ ਮਸ਼ਹੂਰ ਹੀ ਹੁੰਦੇ ਆ, ਜਿਹੜੇ ਪ੍ਰਧਾਨਗੀਆਂ ਲੈਂਦੇ ਆ, ਲੀਡਰ ਬਣਦੇ ਆ ਬੀਜੇਪੀ ਦੇ, ਆਪਣੇ ਆਪ ਨੂੰ ਐਮਐਲਏ ਖਵਾਉਂਦੇ ਆ, ਮੰਤਰੀ ਖਵਾਉਂਦੇ, ਖਜ਼ਾਨਾ ਮੰਤਰੀ ਖਵਾਉਂਦੇ ਆ। ਪਹਿਲਾਂ ਇਹਨਾਂ ਨੂੰ ਠੋਕਾਂਗੇ। ਵੱਡੀ ਮੱਛੀ ਜਿਹੜੀ ਨਿੱਕੀਆਂ ਮੱਛੀਆਂ ਨੂੰ ਖਾਂਦੀ ਆ, ਵੱਡੀਆਂ ਮੱਛੀਆਂ ਨੂੰ ਖਤਮ ਕਰਾਂਗੇ, ਨਿੱਕੀਆਂ ਆਪੇ ਹੋ ਜਾਣ। ਸੰਜੀਵਨੀ ਬੂਟੀ ਦੇ ਬਾਰੇ ਸਭ ਜਾਣਦੇ। ਸੰਜੀਵਨੀ ਬੂਟੀ ਕੀ ਹੁੰਦੀ ਹੈ? ਕਹਿੰਦੇ ਮਰਿਆ 'ਚ ਜਾਨ ਪਾ ਦਿੰਦੀ ਹੈ, ਤਾਂ ਮੌਤ ਦੇ ਮੂੰਹ 'ਚ ਗਏ ਨੂੰ ਵਾਪਸ ਲੈਣ ਦੀ। ਜੇ ਕਿਸਾਨ ਹੈ ਇਹਦਾ ਵੋਟ ਬੈਂਕ ਜਿਹੜਾ ਹੈ ਹਰੇਕ ਰਾਜਨੀਤਿਕ ਪਾਰਟੀ ਦੇ ਲਈ ਸੰਜੀਵਨੀ ਬੂਟੀ ਹੈ, ਕਿਉਂਕਿ ਜਿੱਥੇ ਕਿਸਾਨ ਵੋਟ ਪਾਣਗੇ ਸਰਕਾਰ ਉਸੇ ਦੀ ਬਣਨੀ ਹੈ, ਭਾਵੇਂ ਕੇਂਦਰ 'ਚ ਹੋਵੇ ਤੇ ਭਾਵੇਂ ਰਾਜ 'ਚ ਹੋਵੇ, ਸੂਬੇ 'ਚ ਹੋਵੇ। ਸੋ ਇਹ ਸੰਜੀਵਨੀ ਬੂਟੀ ਦੇ ਉਹ ਸਾਰੇ ਅਨਮੋਲ ਪੱਤੇ ਪੱਤੀਆਂ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਬਾਰ-ਬਾਰ ਕਰ ਰਹੇ ਹਾਂ। ਇਹੀ ਕਾਰਨ ਹੈ ਕਿ ਇਹਨਾਂ ਦੇ ਉੱਪਰ ਕੋਈ ਵੀ ਸਰਕਾਰ ਹਿੰਮਤ ਨਹੀਂ ਕਰ ਪਾ ਰਹੀ ਸਖਤਾਈ ਕਰਨ ਦੀ, ਖਾਸ ਕਰਕੇ ਪੰਜਾਬ ਦੇ ਵਿੱਚ। ਉਹਨਾਂ ਨੂੰ ਪਤਾ ਹੈ ਕਿ ਜਿਨ੍ਹਾਂ ਨੂੰ ਅਸੀਂ ਛੇੜ ਬੈਠੇ ਇਹ ਤੇ ਭੁੰਡਾਂ ਦੀ ਖੱਖਰ ਹੈ। ਇਹਨਾਂ ਨੇ ਤੇ ਮੁੜ ਕੇ ਅਜੇ ਤੇ ਰੇਲਾਂ ਦੀਆਂ ਪਟੜੀਆਂ ਤੇ ਬੈਠੇ ਨੇ, ਕਿਤੇ ਨਾ ਹੋਵੇ ਕਹਿੰਦੇ ਕਿਤੇ ਪਟੜੀ ਪੁੱਟਦੇ ਨੇ, ਵੀ ਡਰ ਆ ਉਹਨਾਂ ਨੂੰ। ਕੀ ਨਾਂ ਤੁਹਾਡਾ? ਹਾਂਜੀ, ਮੇਰਾ ਨਾਮ ਡਾਕਟਰ ਅਸ਼ੋਕ ਭਾਰਤੀ ਹੈ ਜੀ ਜੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਮੈਂ ਸੂਬੇ ਦਾ ਪ੍ਰੈਸ ਸਕੱਤਰ ਹਾਂ। ਜੀ 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 ਜੀ। ਸਵਾਲ ਮੈਂ ਕਰ ਰਿਹਾ ਸੀ, ਸੰਜੀਵਨੀ ਦਾ ਜ਼ਿਕਰ ਕਰ ਰਿਹਾ ਸੀ ਮੈਂ, ਕਿਸਾਨਾਂ ਦੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਕੀ ਅਹਿਮੀਅਤ? ਕਿਸਾਨਾਂ ਦੀ ਰਾਜਨੀਤਿਕ ਪਾਰਟੀਆਂ ਦੀ ਵਿੱਚ ਅਹਿਮੀਅਤ ਜਿਹੜੀ ਆ ਉਹ ਰਾਜਨੀਤਿਕ ਪਾਰਟੀਆਂ ਵਾਸਤੇ ਹੈਗੀ ਆ, ਉਹਨਾਂ ਵਾਸਤੇ ਕਿਸਾਨਾਂ ਦੀ ਕੋਈ ਅਹਿਮੀਅਤ ਨਹੀਂ। ਉਹਨਾਂ ਵਾਸਤੇ ਤਾਂ ਅੱਜ ਤੱਕ ਜਿੰਨੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੇ ਉੱਤੇ ਚੜ੍ਹਨ ਲਈ ਉਹਨਾਂ ਨੂੰ ਡੰਡੇ ਦੇ ਤੌਰ ਤੇ ਵਰਤਿਆ, ਪਰ ਜਦੋਂ ਉੱਤੇ ਗਈਆਂ ਸਾਰਿਆਂ ਨੇ ਧੋਖਾ ਕੀਤਾ। ਆਪਣੀ ਬਹੁਤ ਸਾਫ਼ ਸਪਸ਼ਟ ਸਮਝ ਜਥੇਬੰਦੀ ਦੀ ਵੀ ਜਿੰਨੀਆਂ ਪਾਰਟੀਆਂ ਕਿਸਾਨਾਂ ਦੇ ਨਾਂ ਤੇ ਵੋਟਾਂ ਲੈਂਦੀਆਂ, ਮਜ਼ਦੂਰਾਂ ਦੇ ਨਾਂ ਤੇ ਵੋਟਾਂ ਲੈਂਦੀਆਂ, ਅਸਲ ਦੇ ਵਿੱਚ ਉਹ ਸਾਡੀਆਂ ਹਤੈਸ਼ੀ ਨਹੀਂ। ਜੇ ਹਤੈਸ਼ੀ ਹੁੰਦੀਆਂ ਅੱਜ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ। ਅਕਾਲੀ, ਭਾਜਪਾ, ਕਾਂਗਰਸੀ ਕੋਈ ਆਪਾਂ ਲਾ ਲਈਏ, ਗੱਲ ਸਿੱਧੀ ਜੀ ਹੈ ਵੀ ਜੇ ਇਹ ਦੇਸ਼ ਭਗਤ ਲੋਕ ਹੈਗੇ ਸੀ, ਇਹਨਾਂ ਨੂੰ ਕਿਸਾਨਾਂ ਦਾ ਫਿਕਰ ਸੀ, ਮਜ਼ਦੂਰਾਂ ਦਾ ਫਿਕਰ ਸੀ, ਮੁਲਾਜ਼ਮਾਂ ਦਾ ਫਿਕਰ ਸੀ, ਉਹ ਜਿਹੜੀਆਂ ਨੀਤੀਆਂ ਅਮਰੀਕਾ 'ਚੋਂ ਬਣ ਕੇ ਆ ਰਹੀਆਂ, ਉਹ ਨਿੱਜੀਕਰਨ ਦੀਆਂ ਨੀਤੀਆਂ, ਪ੍ਰਾਈਵੇਟਾਈਜੇਸ਼ਨ ਦੀਆਂ ਨੀਤੀਆਂ, ਸਾਰੇ ਅਦਾਰੇ ਖਤਮ ਕਰਨ ਦੀਆਂ ਨੀਤੀਆਂ, ਆਰਡੀਨੈਂਸ ਉਹਨਾਂ ਨੀਤੀਆਂ ਦੇ ਤਹਿਤ ਜਾਰੀ ਹੋਏ ਆ। ਇਹਨਾਂ ਉੱਥੇ WTO 'ਚ ਕਿਸੇ ਵਪਾਰਕ ਅਦਾਰੇ 'ਚ, ਕਿਸੇ ਸੰਸਾਰ ਪੱਧਰੀ ਅਦਾਰੇ 'ਚ ਕਿਸੇ ਨੀਤੀ ਦਾ ਵਿਰੋਧ ਨਹੀਂ ਕੀਤਾ। ਉੱਥੇ ਸਾਡੇ ਹਾਕਮ ਉਹਨਾਂ ਦੇ ਥੱਲੇ ਲੰਮੇ ਪੈ ਗਏ ਆ, ਲਿਫ ਗਏ ਆ। ਬਿਲਕੁਲ ਬਿਲਕੁਲ, ਕਿਸੇ ਨੀਤੀ ਦਾ ਵਿਰੋਧ ਕਹਿੰਦੇ ਨੇ ਨਹੀਂ ਹੋਇਆ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਸਾਰੇ ਕਿਸਾਨ ਵੀਰ ਵੀ ਸੁਣ ਰਹੇ ਨੇ, ਸਾਡੇ ਦੇਸ਼ਾਂ ਵਿਦੇਸ਼ਾਂ ਨਾਲ ਜੁੜੇ ਸਾਡੇ ਦਰਸ਼ਕ ਵੀ ਸੁਣ ਰਹੇ ਨੇ। ਮੌਜੂਦਾ ਸਮੇਂ ਦੇ ਵਿੱਚ ਗੱਲ ਇਹ ਕਹੀ ਜਾਂਦੀ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੁੰਦਾ ਹੈ, ਪਰ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਇਹ ਸਭ ਤੋਂ ਵੱਡਾ ਝੂਠ ਹੈ। ਕਾਨੂੰਨ ਇੱਕ ਐਸਾ ਮੱਕੜੀ ਦਾ ਜਾਲ ਹੈ ਜਿਹਦੇ ਵਿੱਚ ਨਿੱਕੇ ਮੋਟੇ ਕੀੜੇ ਮਕੌੜੇ ਤੇ ਫਸ ਜਾਂਦੇ ਨੇ, ਪਰ ਤਾਕਤਵਰ ਜਾਨਵਰ ਉਹ ਜਾਲ ਨੂੰ ਪਾੜ ਕੇ ਨਿਕਲ ਜਾਂਦਾ ਹੈ। ਇਸ ਕਰਕੇ ਇਹ ਕਹੀਏ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਇਹ ਕੋਰਾ ਝੂਠ ਹੈ। ਇਹੀ ਚੀਜ਼ ਅੱਜ ਦਿਖਾਈ ਦੇ ਰਹੀ ਹੈ। ਕਾਰਪੋਰੇਟ ਘਰਾਣਿਆਂ ਦੇ ਲਈ ਉਹੀ ਕਾਨੂੰਨ ਹੋਰ ਹੈ ਔਰ ਕਿਸਾਨਾਂ ਦੇ ਲਈ, ਮਜ਼ਦੂਰਾਂ ਦੇ ਲਈ ਇਹੀ ਕਾਨੂੰਨ ਹੋਰ ਹੈ। ਸੋ ਇਸ ਕਾਨੂੰਨ ਦੇ ਬਾਰੇ ਬਾਰ-ਬਾਰ ਸਾਰੇ ਸਮਝਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ, ਪਰ ਅਜੇ ਤੱਕ ਟੀਵੀਆਂ ਦੇ ਉੱਤੇ ਬੈਠ ਕੇ, ਚੈਨਲਾਂ ਦੇ ਉੱਤੇ ਬੈਠ ਕੇ, ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਕਿਸਾਨਾਂ ਨੂੰ ਜੋ ਬਿੱਲ ਪਾਸ ਹੋਇਆ ਕਿਸਾਨਾਂ ਦਾ, ਉਹਦੇ ਬਾਰੇ ਬਹੁਤ ਸਮਝਾ ਰਹੇ ਨੇ ਲੋਕ। ਬੀਜੇਪੀ ਵਾਲੇ, ਬੀਜੇਪੀ ਦੇ ਪ੍ਰਵਕਤਾ ਜਾਂ ਹੋਰ ਲੋਕ ਵੀ ਬਹੁਤ ਸਮਝਾ ਰਹੇ ਨੇ। ਭਾਈ ਆਓ ਨਾ, ਆਣ ਕੇ ਬੈਠੋ, ਇਹਨਾਂ ਨਾਲ ਗੱਲ ਤੇ ਕਰੋ, ਵਿਚਾਰ ਤੇ ਕਰੋ। ਉਲਟਾ ਤੁਸੀਂ ਇਹਨਾਂ ਨੂੰ ਬਦਨਾਮ ਕਰ ਰਹੇ ਹੋ, ਇੰਨੀ ਗੱਲ ਕਹਿ ਰਹੇ ਹੋ ਕਿ ਇਹ ਤੇ ਕਿਸਾਨ ਜਿਹੜੇ ਪੰਜਾਬ ਦੇ ਨੇ ਇਹ ਅਨਪੜ੍ਹ ਨੇ ਔਰ ਇਹਨਾਂ ਨੂੰ ਵਰਗਲਾ ਲਿਆ ਗਿਆ। ਬਹੁਤ ਵੱਡਾ ਇਲਜ਼ਾਮ ਤੁਹਾਡੇ ਤੇ ਬੀਜੇਪੀ ਨੇ ਲਗਾਇਆ, ਕਹਿੰਦੇ ਇਹ ਅਨਪੜ੍ਹ ਵੀ ਰਹੇ ਤੇ ਵਰਗਲਾਏ ਗਏ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ, ਮਹਿਮੂਦ ਗਜ਼ਨੀ ਵਰਗੇ ਅੰਗਰੇਜ਼ਾਂ ਨੂੰ ਇੱਥੋਂ ਭਜਾਇਆ। ਇਹ ਅਨਪੜ੍ਹ ਹੁੰਦੇ ਤੇ ਫਿਰ ਇਹਨਾਂ ਦੇਸ਼ ਆਜ਼ਾਦ ਕਿਵੇਂ ਹੁੰਦਾ? ਇਹ ਪੰਜਾਬ ਦੇ ਲੋਕਾਂ ਨੇ ਅੱਜ ਤੱਕ ਜਿੰਨੀਆਂ ਵੀ ਲਹਿਰਾਂ ਇੱਥੋਂ ਚੱਲੀਆਂ ਨੇ ਉਹ ਪੰਜਾਬ ਤੋਂ ਚੱਲੀਆਂ ਨੇ। ਜ਼ੁਲਮ ਦੇ ਖਿਲਾਫ ਜੋ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਗੁੜਤੀ ਦਿੱਤੀ ਆ, ਖਾਲਸਾ ਪੰਥ ਦੀ ਸਿਰਜਣਾ ਕੀਤੀ ਆ, ਇਹ ਖਾਲਸਾ ਪੰਥ ਸ਼ੁਰੂ ਤੋਂ ਲੈ ਕੇ ਹੁਣ ਤੱਕ ਜ਼ੁਲਮ ਦੇ ਖਿਲਾਫ ਲੜਦਾ ਰਿਹਾ। ਔਰ ਇਸੇ ਤਰ੍ਹਾਂ ਹੁਣ ਇਹ ਮੋਦੀ, ਅਬਾਨੀ ਤੇ ਅਡਾਨੀ ਵਰਗਿਆਂ ਨੂੰ, ਇਹਨਾਂ ਨੂੰ ਵੀ ਉਸੇ ਤਰ੍ਹਾਂ ਲੜਾਏਗਾ ਜਿਸ ਤਰ੍ਹਾਂ ਇੱਥੇ ਅਹਿਮਦ ਸ਼ਾਹ ਅਬਦਾਲੀ ਤੇ ਮਹਿਮੂਦ ਗਜ਼ਨੀ ਗਿਆ ਸੀ। ਇਹ ਅਨਪੜ੍ਹ ਨੇ। ਜੀ ਬਿਲਕੁਲ। ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਟੀਵੀ ਡਿਬੇਟ ਦੇ ਵਿੱਚ ਇੱਕ ਪ੍ਰਾਈਵੇਟ ਚੈਨਲ ਦੇ ਉੱਪਰ, ਨਿੱਜੀ ਚੈਨਲ ਦੇ ਉੱਤੇ ਗਰੇਵਾਲ ਜਿਹੜੇ ਸਪੋਕਸਪਰਸਨ ਨੇ ਬੀਜੇਪੀ ਦੇ, ਉਹਨਾਂ ਨੇ ਤੁਹਾਡੀ ਤੁਲਨਾ, ਕਹਿੰਦੇ ਕਿਸਾਨ ਜਿਹੜੇ ਬੈਠੇ ਨੇ ਇੱਕ ਤੇ ਖਾੜਕੂਆਣਾ ਕਰਤੀ, ਦੂਜਾ ਤੁਹਾਨੂੰ ਨਕਸਲਵਾਦੀ ਕਹਿ ਦਿੱਤਾ। ਜਿਹੜੀ ਇਹ ਗਰੇਵਾਲ ਸਾਹਿਬ ਦੀ ਗੱਲ ਹੈ ਉਹ ਬਿਲਕੁਲ ਗਲਤ ਹੈ। ਨਾ ਕਿਸਾਨ ਪੰਜਾਬ ਦਾ ਨਕਸਲਵਾੜੀ ਆ,
ਤੇ ਨਾ ਉਹ ਅਨਪੜ੍ਹ ਹੈ। ਇਸ ਕਰਕੇ ਜਿਹੜਾ ਕਿਸਾਨ ਆ ਪਟੜੀਆਂ ਦੇ ਉੱਪਰ ਆਪਣੇ ਘਰ ਘੱਟ ਕੇ ਛੱਡ ਕੇ ਬੈਠਾ, ਉਹ ਬੜਾ ਚੇਤਨ ਹੈ। ਉਹ ਹਰ ਮਾੜੀ ਚੰਗੀ ਗੱਲ ਨੂੰ ਸਮਝਦਾ ਹੈ ਕਿ ਸਾਡਾ ਨਫਾ ਕੀ ਹੈ ਤੇ ਸਾਡਾ ਨੁਕਸਾਨ ਕੀ ਹੈ। ਇਸ ਕਰਕੇ ਜਿਹੜੇ ਇਹ ਗੱਲ ਕਹਿੰਦੇ ਹਨ ਕਿ ਕਿਸਾਨ ਅਨਪੜ੍ਹ ਹੈ, ਉਹ ਅਸੀਂ ਸਮਝਦੇ ਹਾਂ ਕਿ ਉਹ ਕਿਸਾਨਾਂ ਨਾਲ ਬਹੁਤ ਬੁਰਾ ਵਿਹਾਰ ਕਰ ਰਹੇ ਹਨ। ਉਹਨਾਂ ਦੀ ਇਹ ਗੱਲ ਪੂਰੀ ਤਰ੍ਹਾਂ ਗਲਤ ਹੈ। ਅਸੀਂ ਪੜ੍ਹੇ ਲਿਖੇ ਹਾਂ, ਦੇਸ਼ ਭਗਤ ਹਾਂ, ਇਮਾਨਦਾਰ ਹੈ। ਇਸ ਕਰਕੇ ਇਹ ਗੱਲ ਸਾਨੂੰ ਕਹਿਣੀ ਗਰੇਵਾਲ ਦੀ ਪੂਰੀ ਤਰ੍ਹਾਂ ਗਲਤ ਹੈ। ਜੀ ਬਿਲਕੁਲ ਗਰੇਵਾਲ ਜੀ ਔਰ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਦੇ ਨੇਤਾ ਨੇ ਜਦੋਂ ਡਿਬੇਟ ਤੇ ਬੈਠਦੇ ਨੇ ਸ਼ਬਦਾਂ ਦਾ ਕਿੱਦਾਂ ਇਸਤੇਮਾਲ ਕਰਨਾ ਉਹਦੇ ਤੇ ਸੰਜਮ ਰੱਖੋ। ਜਿਹੜੇ ਪਹਿਲਾਂ ਹੀ ਭਾਂਬੜ ਬਣੇ ਪਏ ਨੇ ਉਹਨਾਂ ਤੇ ਤੇਲ ਜਾਂ ਉਹਨਾਂ ਤੇ ਤੁਸੀਂ ਘਿਓ ਪਾਉਣ ਦਾ ਕੰਮ ਨਾ ਕਰੋ। ਸੋ ਜੇਕਰ ਕਿਸਾਨ ਹੈ, ਸ਼ਾਇਦ ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਹਿੰਦੂ ਜਿੰਨੀਆਂ ਜਥੇਬੰਦੀਆਂ ਨੇ, ਮੈਂ ਹੁਣ ਕਲੀਅਰ ਕਹਿਣਾ ਚਾਹੂੰਗਾ, ਉਹ ਲੋਕ ਕਿਸੇ ਨੇ ਆਣ ਕੇ ਤੁਹਾਡਾ ਸਾਥ ਨਹੀਂ ਦਿੱਤਾ। ਉਹਨਾਂ ਦੇ ਘਰਾਂ ਦੇ ਵਿੱਚ ਪਤਾ ਨਹੀਂ ਜਿਹੜਾ ਆਟਾ ਪੱਕਦਾ, ਰੋਟੀ ਪੱਕਦੀ ਹੈ, ਕਿੱਥੋਂ ਆ ਰਹੀਆਂ, ਜਾਂ ਉਹ ਕਣਕ ਹੋ ਸਕਦਾ ਪੰਜਾਬ ਦੀ ਨਾ ਹੋਵੇ, ਕਿਤੋਂ ਬਾਹਰੋਂ ਹੋਵੇ, ਜਾਂ ਉਹ ਦਾਲਾਂ ਕਿਤੋਂ ਹੋਰ ਤੋਂ ਆ ਰਹੀਆਂ ਹੋਣ। ਸੋ ਹੈਰਾਨੀ ਦੀ ਗੱਲ ਹੈ, ਕਿਤੇ ਉਹ ਵੀ ਸਾਰੇ ਇਹ ਤਾਂ ਨਹੀਂ ਸਮਝਦੇ ਵੀ ਜਿੰਨੇ ਬੈਠੇ ਨੇ ਸਾਰੇ ਅੱਤਵਾਦੀ ਨੇ, ਖਾੜਕੂ ਨੇ। ਇਹਦੇ ਪਿੱਛੇ ਮੋਦੀ ਹੋਰਾਂ ਦੀ ਜਿਹੜੀ ਹੈ ਉਹ ਬੜੀ ਵੱਡੀ ਇੱਕ ਪਲੈਨਿੰਗ ਹੈ, ਸੋਚ ਹੈ ਕਿ ਇਹਨਾਂ ਨੇ ਅੱਜ ਤੱਕ ਧਰਮਾਂ ਦੇ ਨਾਂ ਦੇ ਉੱਤੇ ਲੜਾਈਆਂ ਲੜਾ ਕੇ, ਲੋਕਾਂ ਨੂੰ ਲੜਾ ਕੇ, ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਨੂੰ ਪਹਿਲਾਂ ਉੱਤੇ 370 ਧਾਰਾ ਖਤਮ ਕੀਤੀ, ਹੁਣ ਆ ਸਾਰੀ ਕਿਸਾਨੀ ਜਿਹੜੀ ਆ ਇਹ ਤਬਾਹ ਹੋ ਰਹੀ ਆ। ਇਹ ਸਾਰੇ ਇਸ ਤਰ੍ਹਾਂ ਸਿੱਖ ਨੌਜਵਾਨਾਂ ਦੇ ਉੱਤੇ ਵੀ ਝੂਠੇ ਕੇਸ ਜਿਹੜੇ ਨੇ ਉਹ ਪਾਏ ਜਾ ਰਹੇ ਨੇ। ਤੁਹਾਡੇ ਨਾਲ ਸਿੱਸਾ ਸਾਹਿਬ ਮੈਂ ਇਹ ਕਹਿਣਾ ਚਾਹਨਾ, ਜਿਹੜੇ 9 ਮਾਸ ਦਾ ਰਿਸ਼ਤਾ ਅਸੀਂ ਟੀਵੀ ਡਿਬੇਟਾਂ 'ਚ ਵੇਖਦੇ ਹੋ, ਕਹਿੰਦੇ ਸਾਡੇ ਭਰਾ ਨੇ, ਸਾਡਾ ਇਹਨਾਂ ਨਾਲ ਪੁਰਾਣਾ ਰਿਸ਼ਤਾ ਹੈ, ਸਾਡੇ ਵਿੱਚੋਂ ਹੀ ਨਿਕਲੀ ਹੋਈ ਕੌਮ ਹੈ, ਸਿੱਖ ਕੌਮ ਹੈ। ਉਹ ਲੋਕ ਅਕਸਰ ਅੱਗ ਲਾਉਣ ਦਾ ਕੰਮ ਤੇ ਬੜਾ ਕਰਦੇ ਸੀ, ਪਰ ਹੁਣ ਜਦੋਂ ਜ਼ਰੂਰਤ ਸੀ, ਹੁਣ ਆਣ ਕੇ ਨਾਲ ਖੜਨ ਦੀ ਸੀ। ਕੀ ਗੱਲ ਜੇ ਇੱਥੇ ਆਟਾ ਮਹਿੰਗਾ ਹੋਏਗਾ, ਕਣਕ ਮਹਿੰਗੀ ਹੋਏਗੀ ਤੇ ਕੱਲੀ ਆਮ ਬੰਦੇ ਵਾਸਤੇ ਹੋਏਗੀ, ਉਹਨਾਂ ਵਾਸਤੇ ਨਹੀਂ ਹੋਏਗੀ। ਅੱਜ ਸ਼ਿਵ ਸੈਨਾ ਜੇ ਇਹ ਗੱਲ ਉਹ ਸਾਡਾ 9 ਮਾਸ ਦਾ ਰਿਸ਼ਤਾ ਸਮਝਦੇ ਆ ਤੇ ਅੱਜ ਸਾਡੇ ਨਾਲ ਕਿਉਂ ਨਹੀਂ ਗਏ? ਅੱਜ ਜਿਹੜੀਆਂ ਸ਼ਿਵ ਸੈਨਾ ਵਰਗੀਆਂ ਜਿਹੜੀਆਂ ਜਥੇਬੰਦੀਆਂ ਬਣੀਆਂ ਨੇ, ਜਿਹੜੀਆਂ ਸਮੇਂ-ਸਮੇਂ ਘੱਟ ਗਿਣਤੀਆਂ ਦੇ ਉੱਤੇ ਸਿੱਖਾਂ ਤੇ ਮੁਸਲਮਾਨਾਂ ਤੇ ਜਿਹੜੇ ਜ਼ਹਿਰ ਉਗਾਲਦੇ ਨੇ, ਅੱਜ ਉਹ ਲੋਕ ਕਿੱਥੇ ਨੇ? ਇਹਦਾ ਮਤਲਬ ਸਿੱਧਾ ਜੇ ਤੁਹਾਡੇ ਵਿਰੋਧੀ ਹੋਏ ਨਾ, ਜੇ ਤੁਹਾਡੇ ਨਾਲ ਨਹੀਂ ਖਲੋਤੇ ਤੇ ਦੇਖੋ ਉਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ। ਤੇ ਬੀਜੇਪੀ ਜਿਹੜੀ ਆ ਉਹ ਫਿਰਕਾ ਪ੍ਰਸਤ ਇੱਕ ਪਾਰਟੀ ਹੈ। ਪਰ ਜੇ ਆਉਣ ਵਾਲੇ ਸਮੇਂ 'ਚ ਕਦੀ ਉਹ ਕਾਲ ਕਰਨ ਵੀ ਬੰਦ ਹੋਵੇ, ਫਿਰ ਦੇਖੋ ਜਿੱਥੇ ਲੋਕਾਂ ਦੇ ਹਿੱਤਾਂ ਦੀ ਗੱਲ ਹੋਏਗੀ, ਅਸੀਂ ਉਹ ਸਿੱਖ ਹਾਂ ਜਿਹੜੇ ਕਿ ਜ਼ੁਲਮ ਦੇ ਖਿਲਾਫ, ਜੇ ਕਿਸੇ ਤੇ ਜ਼ੁਲਮ ਹੋਵੇਗਾ ਨਾ ਤੇ ਫਿਰ ਅਸੀਂ ਉੱਥੇ ਜਿਹੜਾ ਉਹ ਪਿੱਛੇ ਨਹੀਂ ਹਟਾਂਗੇ। ਜੀ ਬਿਲਕੁਲ। ਮੈਂ ਆਖਰੀ ਦੇ ਵਿੱਚ ਬਾਬਾ ਜੀ ਮੈਂ ਚਾਹਾਂਗਾ ਕਿ ਇੱਕ ਵਾਰੀ ਕਿਉਂਕਿ ਮੈਨੂੰ ਤੁਹਾਡੀ ਗੱਲਬਾਤ ਦੇ ਵਿੱਚ ਖਾਲਸਾਈ ਅੰਦਾਜ਼ ਜਿਹੜਾ ਜੀ ਬਹੁਤ ਹੀ ਵਧੀਆ ਲੱਗਾ ਸੀਗਾ। ਸੋ ਭਗਵੰਤ ਮਾਨ ਦਾ ਅਗਰ ਜ਼ਿਕਰ ਕਰੀਏ ਤਾਂ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉੱਥੇ ਇੱਕ ਉਹਨਾਂ ਨੇ ਟਿੱਪਣੀ ਕੀਤੀ, ਔਰ ਉਹ ਟਿੱਪਣੀ ਜਿਹੜੀ ਹੈ ਮੈਂ ਚਾਹਾਂਗਾ ਤੁਸੀਂ ਮੈਨੂੰ ਦੱਸੋ ਟਿੱਪਣੀ ਕੀਤੀ। ਉਹਨਾਂ ਨੇ ਦੱਸਿਆ ਕਿ ਇੱਕ ਕੋੜ ਕਿਰਲੀ ਦਿਨ ਭਰ ਕੀੜੇ ਮਕੌੜੇ ਜਿਹੜੇ ਨਾ ਰਾਤ ਨੂੰ ਜਿੰਨੇ ਵੀ ਆਉਂਦੇ ਲਾਈਟ ਦੇ ਵਿੱਚ ਉਹ ਛਕਦੀ ਹੈ, ਖਾਂਦੀ ਹੈ, ਪੀਂਦੀ ਹੈ, ਔਰ ਉਹਦੇ ਬਾਅਦ ਜਿੱਦਾਂ ਹੀ ਦਿਨ ਚੜ੍ਹਦਾ ਹੈ ਉਹ ਜਾ ਕੇ ਨਾ ਤੇ ਗੁਰੂਆਂ ਦੀ ਫੋਟੋ ਪਿੱਛੇ ਲੁਕ ਜਾਂਦੀ ਹੈ। ਅਸੀਂ ਅਕਸਰ ਦੇਖਦੇ ਕੋੜ ਕਿਰਲੀਆਂ ਤਸਵੀਰਾਂ ਪਿੱਛੇ ਜਾ ਕੇ ਲੁਕ ਜਾਂਦੀਆਂ ਨੇ। ਇਹ ਟਿੱਪਣੀ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਕਿੰਨਾਂ ਦੇ ਉੱਪਰ ਕੀਤੀ ਹੋਏਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਨਾ, ਮੈਨੂੰ ਇੱਕ ਵਾਰੀ ਸਵਾਲ ਫਿਰ ਦੁਹਰਾਓ। ਸਵਾਲ ਭਗਵੰਤ ਮਾਨ ਦਾ ਹੈ ਜੀ। ਭਗਵੰਤ ਮਾਨ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਹਿੰਦਾ ਹੈ ਕਿ ਕੁਝ ਨੇਤਾਵਾਂ ਦੇ ਹਾਲ ਐਸੇ ਨੇ ਵੀ ਜਿਵੇਂ ਰਾਤ ਨੂੰ ਕੋੜ ਕਿਰਲੀ, ਕੀੜੇ ਮਕੌੜੇ, ਤਰ੍ਹਾਂ ਦੇ ਜੋ ਵੀ ਟਿੱਡੇ ਜਾਂ ਕੁਝ ਹੋਰ ਛਕਾ ਜਾਂਦੀ ਹੈ। ਜਿਵੇਂ ਹੀ ਦਿਨ ਚੜ੍ਹਦਾ ਹੈ ਤੇ ਉਸੇ ਵੇਲੇ ਉਹ ਲੁਕਣ ਵਾਸਤੇ ਕੀ ਕਰਦੀ ਹੈ, ਕਿਸੇ ਧਾਰਮਿਕ ਤਸਵੀਰ ਦਾ ਸਹਾਰਾ ਲੈ ਲੈਂਦੀ ਹੈ, ਜਾਂ ਤਾਂ ਕਿਸੇ ਗੁਰਾਂ ਦੀ ਤਸਵੀਰ ਪਿੱਛੇ ਜਾਂ ਕਿਸੇ ਧਾਰਮਿਕ ਤਸਵੀਰ ਪਿੱਛੇ ਛੁਪ ਜਾਂਦੀ ਹੈ ਤੇ ਫਿਰ ਉਦੋਂ ਬਾਹਰ ਨਿਕਲਦੀ ਜਦੋਂ ਖਾਣ ਪੀਣ ਦਾ ਟਾਈਮ ਆਉਂਦਾ। ਸੋ ਇਹ ਇਸ਼ਾਰਾ ਉਹਨਾਂ ਨੇ ਕਿਹਨੂੰ ਕੀਤਾ? ਹਾਂ ਬਿਲਕੁਲ, ਜਿਹੜਾ ਸਵਾਲ ਆ ਤੁਹਾਡਾ ਦਰੁਸਤ ਆ ਜੀ। ਇਹ ਅਸੀਂ ਜਿਹੜੀ ਸ਼ਿਵ ਸੈਨਾ ਵਾ ਇਹ ਵੀ ਇਹੋ ਕੰਮ ਕਰ ਰਹੀ ਹੈ ਤੇ ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਆ, ਸਾਡਾ ਅਕਾਲੀ ਦਲ ਪਾਰਟੀ ਜਿਹੜੀ ਆ, ਇਹ ਵੀ ਸੇਮ ਇਹੋ ਕੰਮ ਕਰ ਰਹੀ ਆ ਕਿ ਜਦੋਂ ਸਮਾਂ ਆਉਂਦਾ ਵਾ ਇਹ ਸਾਨੂੰ ਸਾਰਿਆਂ ਨੂੰ ਖਾ ਕੇ ਗੁਰਦੁਆਰਿਆਂ ਦੇ ਧਰਮ ਦੇ ਠੇਕੇਦਾਰ ਬਣ ਕੇ ਤੇ ਸਾਨੂੰ ਇਹ ਖਾ ਜਾਂਦੇ ਨੇ। ਇਹ ਕੋੜ ਕਿੱਲੀ ਦਾ ਕੰਮ ਇਹ ਦੋਵੇਂ ਧਿਰ ਕਰ ਰਹੇ ਨੇ। ਜੀ। ਤੇ ਪਰ ਬਾਬਾ ਜੀ ਅੱਜ ਦੇ ਸੰਘਰਸ਼ ਨੂੰ ਲੈ ਕੇ ਆਪਾਂ ਕਹੀਏ ਤਾਂ ਕਿੰਨੀ ਕੁ ਦੇਰ ਸਾਨੂੰ ਪਟੜੀਆਂ ਤੇ ਹੀ ਬੈਠਣਾ ਪਏਗਾ? ਰੇਲਾਂ ਰੋਕਣੀਆਂ ਹੀ ਪੈਣਗੀਆਂ। ਅਗਰ ਮੰਨ ਲਓ ਕੇਂਦਰ ਸਰਕਾਰ ਜਿਵੇਂ ਮੋਦੀ ਹੈ, ਜਿੱਦੀ ਜਿਹਾ ਇਨਸਾਨ, ਉਹ ਕਹਿੰਦੇ ਆ ਕਿ ਬੈਠੇ ਰਹਿਣ ਦਿਓ, ਬੀਜੇਪੀ ਕਹਿੰਦੀ ਪਰਵਾਹ ਨਾ ਕਰੋ, ਕੱਲਾ ਪੰਜਾਬ ਬੰਦ ਹੈ ਤੇ ਕੀ ਹੋ ਗਿਆ ਫਿਰ? ਵੇਖੋ ਜੀ, ਮੈਂ ਪਹਿਲਾਂ ਮੈਕ ਦੇ ਵਿੱਚ ਵੀ ਇਹ ਗੱਲ ਕਰ ਚੁੱਕਾ ਕਿ ਸ਼ਾਇਦ ਮੋਦੀ ਨੂੰ ਅਜੇ ਤੱਕ ਸਾਡਾ ਭੇਦ ਹੀ ਨਹੀਂਗਾ।
ਪਰ ਉਹ ਤਾਂ ਪੰਜਾਬ ਦੇ ਇੰਚਾਰਜ ਰਹੇ ਆ ਬੀਜੇਪੀ ਦੇ ਵਿੱਚ। ਜਦੋਂ ਪੰਜਾਬ ਦੇ ਵਿੱਚ ਕਾਫੀ ਟਾਈਮ ਮਿਲਿਆ ਉਹਨਾਂ ਨੂੰ, ਜਦੋਂ ਐਮਰਜੈਂਸੀ ਸੀ ਉਹਦੇ ਦੌਰਾਨ ਉਹਨਾਂ ਸਿੱਖੀ ਦਾ ਭੇਸ ਧਾਰ ਕੇ ਪੰਜਾਬ ਦੇ ਵਿੱਚ ਹੀ ਬੜੀ ਦੇਰ ਸ਼ਰਨ ਲੈ ਕੇ ਰੱਖੀ ਸੀ। ਵੇਖੋ ਜ਼ਰੂਰੀ ਨਹੀਂਗਾ ਕਿ ਸਿੱਖੀ ਦਾ ਭੇਸ ਲੈ ਕੇ, ਸਿੱਖੀ ਦਾ ਭੇਸ ਧਾਰਨ ਕਰਕੇ ਤੇ ਸਿੱਖੀ ਦੇ ਗੁਣਾਂ ਤੇ ਜਾਂ ਅਵਗੁਣਾਂ ਦਾ ਪਤਾ ਲੈ ਸਕੇ ਕੋਈ। ਇਹ ਕੋਈ ਜ਼ਰੂਰੀ ਨਹੀਂ ਆ। ਅੱਜ ਵੀ ਬਥੇਰੇ ਨੇ ਸਰਦਾਰ ਬਣ ਕੇ, ਦਾੜੀਆਂ ਰੱਖ ਕੇ, ਕੇਸ ਰੱਖ ਕੇ, ਗਲਾਂ ਦੇ ਵਿੱਚ ਗਾਤਰੇ ਪਾ ਕੇ ਵੀ ਪੂਰਾ ਸਿੱਖੀ ਸਰੂਪ ਧਾਰਨ ਕਰਕੇ ਵਿੱਚ ਫੇਰੇ ਨੇ, ਪਰ ਉਹਨਾਂ ਨੂੰ ਵੀ ਪਤਾ ਨਹੀਂ ਵੀ ਸਿੱਖ ਅਸਲ ਦੇ ਵਿੱਚ ਕਹਿੰਦੇ ਕਿਹਨੂੰ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਪੰਜਾਬ ਦੇ ਇੰਚਾਰਜ ਰਹਿਣ ਕਰਕੇ ਉਹਨਾਂ ਨੂੰ ਪਤਾ ਸੀ ਪੰਜਾਬੀਅਤ ਦਾ, ਪੰਜਾਬੀ ਦਾ, ਸਿੱਖੀ ਸਿਧਾਂਤਾਂ ਦਾ ਸਾਰੀ ਜਾਣਕਾਰੀ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਪੰਗਾ ਕਿਹਦੇ ਨਾਲ ਲੈ ਲਿਆ। ਬਿਲਕੁਲ ਜੀ। ਵੇਖੋ ਜੇ ਉਹਨਾਂ ਨੂੰ ਪਤਾ ਹੁੰਦਾ ਤੇ ਸ਼ਾਇਦ ਉਹ ਪੰਜਾਬ ਨਾਲ ਟੱਕਰ ਨਾ ਲੈਂਦੇ, ਜੇ ਉਹਨਾਂ ਨੂੰ ਇਹ ਪਤਾ ਹੁੰਦਾ। ਕਿਉਂਕਿ ਜੇ ਪਿਛਲੇ ਇਤਿਹਾਸ ਵੱਲ ਝਾਤੀ ਮਾਰੀਏ, ਜਦੋਂ ਉਹ ਪ੍ਰਧਾਨ ਮੰਤਰੀ ਬਣਿਆ ਨਾ ਤੇ ਜ਼ਰੂਰ ਉਹਨੇ ਸਿੱਖਾਂ ਦਾ ਇਤਿਹਾਸ ਥੋੜਾ ਬਹੁਤਾ ਤੇ ਵਾਚਿਆ ਹੋਵੇਗਾ। ਤੇ ਜੇ ਵੇਖੀਏ ਮੁਗਲ ਸਰਕਾਰ ਜਾਂ ਅੰਗਰੇਜ਼ ਸਰਕਾਰ, ਜਿਨ੍ਹਾਂ ਨੇ ਵੀ ਬੇਸ਼ੱਕ ਪੂਰੇ ਹਿੰਦੁਸਤਾਨ ਤੇ ਰਾਜ ਕਰ ਲਿਆ, ਜਦੋਂ ਉਹ ਪੰਜਾਬ ਦੇ ਵਿੱਚ ਪਹੁੰਚੇ ਨੇ ਤੇ ਇਹਨਾਂ ਲੋਕਾਂ ਨੇ ਜਿਹੜੇ ਅੱਜ ਪਟਰੀਆਂ ਤੇ ਬੈਠੇ ਨੇ, ਇਹਨਾਂ ਨੇ ਡਟ ਕੇ ਵਿਰੋਧ ਕੀਤਾ ਤੇ ਉਹਨਾਂ ਨੂੰ ਇੱਥੋਂ ਭਜਾਇਆ। ਤੇ ਇਹ ਮੋਦੀ ਤੇ ਕਿਹੜੇ ਬਾਗ ਦੀ ਮੂਲੀ ਆ ਮੈਂ ਕਹਾਂਗਾ। ਪਰ ਇਸ ਵੇਲੇ ਜੋ ਕਿਸਾਨਾਂ ਦੇ ਵਿੱਚ ਹੈ ਜੀ, ਕਿਸ ਤਰ੍ਹਾਂ ਦਾ ਮਾਹੌਲ ਹੈ? ਚੜ੍ਹਦੀ ਕਲਾ ਵਾਲਾ ਮਾਹੌਲ ਹੈ, ਸਹਿਮ ਦਾ ਮਾਹੌਲ ਹੈ, ਡਰ ਦਾ ਮਾਹੌਲ ਹੈ, ਕਿ ਜਾਂ ਇੰਤਜ਼ਾਰ ਕਰ ਰਹੇ ਨੇ ਕਿਸੇ ਖੈਰਾਤ ਦਾ ਵੀ ਕੋਈ ਆਵੇ ਔਰ ਉਹਨਾਂ ਨੂੰ ਦਲਾਸਾ ਦੇਵੇ ਜਾਂ ਉਹਨਾਂ ਦਾ ਮਾੜਾ ਮੋਟਾ ਅਥਰੂ ਪੁੰਜੇ? ਮੈਂ ਬੇਨਤੀ ਕਰਾਂਗਾ ਵੀਰ ਜੀ, ਇਹ ਜਿੰਨੇ ਵੀ ਬੈਠੇ ਨੇ ਨਾ ਚੜ੍ਹਦੀ ਕਲਾ ਵਾਲੇ ਬੈਠੇ ਨੇ, ਠੀਕ ਹੈ, ਪੂਰੇ ਆਨੰਦ ਵਿੱਚ ਬੈਠੇ ਨੇ ਔਰ ਇਹ ਸਮਾਂ ਵੇਟ ਕਰ ਰਹੇ ਨੇ। ਜਿਹੜੇ ਆਪਣੇ ਕਿਸਾਨ ਆਗੂ ਨੇ ਉਹਨਾਂ ਦੀ ਜੋ ਹੁਕਮਾਂ ਦੀ ਵੇਟ ਕਰ ਰਹੇ ਨੇ, ਕਿਉਂਕਿ ਸਾਨੂੰ 25 ਤਰੀਕ ਨੂੰ ਸਾਨੂੰ ਬੰਦ ਕਰਨ ਵਾਸਤੇ ਮਿਲਿਆ ਸੀ ਹੁਕਮ ਸੂਬਾ। ਹਰ ਇੱਕ ਜ਼ਿਮੀਂਦਾਰ ਨੇ, ਹਰ ਇੱਕ ਕਿਸਾਨ ਨੇ ਆਪਣੀ ਦਿੱਤੀ ਹੋਈ ਜਗ੍ਹਾ ਤੇ ਉਹਨਾਂ ਦਾ ਹੁਕਮ ਪਾਲਣਾ ਕਰਕੇ ਤੇ ਇਹਨਾਂ ਨੂੰ ਬੰਦ ਕੀਤਾ। ਅੱਜ ਜੇ ਸਾਨੂੰ ਹੁਕਮ ਮਿਲਿਆ ਕਿ ਅਸੀਂ ਰੇਲਾਂ ਡੱਕਣੀਆਂ ਨੇ, ਰੇਲਾਂ ਡੱਕਣ ਲਈ ਪੂਰੇ ਅਸੀਂ ਤੱਤਪਰ ਹਾਂ। ਇਸ ਤੋਂ ਬਾਅਦ ਜੇ ਸਾਨੂੰ ਹੁਕਮ ਮਿਲੇਗਾ ਕਿ ਦਿੱਲੀ ਨੂੰ ਕੂਚ ਕਰਨਾ, ਤੇ ਅਸੀਂ ਅੱਜ ਵੀ ਰੈਡੀ ਹਾਂ, ਬਿਲਕੁਲ ਤਿਆਰ ਹਾਂ। ਅਸੀਂ ਇਹਨਾਂ ਦਾ ਹੁਕਮ ਮੰਨਣ ਨੂੰ ਬਿਲਕੁਲ। ਕਿਸਾਨ ਇੰਤਜ਼ਾਰ ਕਰ ਰਹੇ ਨੇ ਆਪਣੇ ਸਿਰਫ ਜਥੇਬੰਦੀਆਂ ਦੇ ਹੁਕਮਾਂ ਦਾ, ਵੀ ਜਦੋਂ ਜਥੇਬੰਦੀਆਂ ਬੈਠ ਕੇ ਜੋ ਵੀ ਇਹਨਾਂ ਨੂੰ ਅਗਲਾ ਹੁਕਮ ਕਰਨਗੀਆਂ ਜਾਂ ਅਗਲੇ ਜੋ ਦਿਸ਼ਾ ਨਿਰਦੇਸ਼ ਦੇਣਗੀਆਂ, ਇਹ ਉਸ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਕੰਮ ਕਰਨਗੇ। ਗੱਲ ਪੰਜਾਬੀਅਤ ਪੂਰੇ ਦੇਸ਼ ਦੀ ਕੀਤੀ ਜਾ ਰਹੀ ਹੈ। ਇਹ ਕਿਸਾਨਾਂ ਦਾ ਭਾਰਤ ਨੂੰ ਬਚਾਉਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈ ਉਹ ਯੋਗਦਾਨ ਹੈ। ਹਰਿਆਣਾ ਔਰ ਪੰਜਾਬ, ਜਦੋਂ ਇਹ ਇੱਕੋ ਹੀ ਸੂਬਾ ਸੀ, ਜਦੋਂ ਪੰਜਾਬ ਦੇ ਵਿੱਚ ਹਰਿਆਣਾ ਸੀ, ਬਾਅਦ 'ਚ ਨਿੱਕੇ ਨਿੱਕੇ ਸੂਬੀਆਂ ਬਣਾ ਦਿੱਤੀਆਂ ਇਹਨਾਂ ਨੇ, ਕਿਉਂਕਿ ਉਹ ਵੀ ਉਹਨਾਂ ਦੀ ਸਾਜ਼ਿਸ਼ਨ ਸੀ, ਵੰਡ ਦਿਓ, ਤਾਕਤਾਂ ਅੱਡ ਅੱਡ ਕਰ ਦਿਓ। ਕਿਉਂਕਿ ਜੇ ਸੂਬਾ ਵੱਡਾ ਹੋਏਗਾ ਇੱਥੋਂ ਐਮਪੀ ਜ਼ਿਆਦਾ ਆਣਗੇ, ਜੇ ਐਮਪੀ ਜ਼ਿਆਦਾ ਆਣਗੇ ਸੈਂਟਰ ਦੇ ਵਿੱਚ ਪਹੁੰਚ ਕੇ ਸਾਡੀ ਧੌਣ ਤੇ ਗੋਡਾ ਰੱਖ ਕੇ ਆਪਣੀਆਂ ਮੰਗਾਂ ਮਨਵਾਉਣਗੇ। ਇਸ ਕਾਰਨ ਸੀ ਕਿ ਸੂਬੇ ਨੂੰ ਤੋੜ ਫੋੜ ਕਰਕੇ ਇਹਦੀ ਤਾਕਤ ਰਾਜਨੀਤਿਕ ਤੌਰ ਤੇ ਵੀ 3 ਸੂਬੇ ਬਣਾ ਕੇ ਅੱਡ ਕਰ ਦਿੱਤੀ ਗਈ। ਪਰ ਫਿਲਹਾਲ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸ਼ੇਰਾਂ ਨੂੰ ਤੁਸੀਂ ਸਾਰਿਆਂ ਨੂੰ ਇੱਕ ਪਾਸੇ ਵਾੜ ਦਿੱਤਾ ਹੈ। ਚਲੋ ਬਾਕੀ ਸੂਬੇ ਕੀ ਕਰਨਗੇ ਪਤਾ ਨਹੀਂ, ਪਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ, ਇੱਥੋਂ ਦੀਆਂ CID ਜੋ ਵੀ IB ਦੀਆਂ ਰਿਪੋਰਟਾਂ ਨੇ ਉਹ ਸਾਰੀਆਂ ਪਹੁੰਚ ਰਹੀਆਂ ਹੋਣਗੀਆਂ ਵੀ ਕੀ ਹਾਲਾਤ ਨੇ, ਕੀ ਹੋ ਰਿਹਾ ਔਰ ਇਹਨਾਂ ਨੇ ਅੱਗੋਂ ਕੀ ਕਰਨਾ ਹੈ। ਪਰ ਫਿਲਹਾਲ ਕਿਸਾਨਾਂ ਦਾ ਜੋਸ਼ ਜਿਹੜਾ ਉਹ ਅਸੀਂ ਇੱਕ ਵਾਰੀ ਫਿਰ ਕਹਾਂਗੇ ਕੈਮਰਾਮੈਨ ਨੂੰ ਇੱਕ ਵਾਰੀ ਦਿਖਾ ਦਿਓ। ਔਰ ਅਸੀਂ ਇਹ ਬਜ਼ੁਰਗ ਬੈਠੇ ਨੇ, ਇਹਨਾਂ ਕੋਲੋਂ ਇੱਕ ਵਾਰੀ ਜਾ ਕੇ ਜ਼ਰੂਰ ਪੁੱਛਣੇ ਆ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਬਾਪੂ ਜਰਾ ਝੰਡਾ ਹਿਲਾ ਕੇ ਵਿਖਾ ਦਿਓ। ਕੀ ਨਾਂ ਤੁਹਾਡਾ? ਪਿਆਰਾ ਸਿੰਘ। ਪਿਆਰਾ ਸਿੰਘ ਜੀ, ਉਮਰ ਕਿੰਨੀ ਹੈ? ਉਮਰ 80 ਸਾਲ। ਪਿਆਰਾ ਸਿੰਘ ਜੀ 80 ਸਾਲ ਦੇ ਤੁਸੀਂ ਹੋ ਗਏ ਹੋ, ਤਾਂ ਪੋਤੇ ਪੋਤੀਆਂ ਵਾਲੇ ਹੋਗੇ ਤੁਸੀਂ? ਸਭ ਕਾਹੇ ਵਾਲੇ ਜੀ। ਤਾਂ ਤੁਸੀਂ ਤਾਂ ਬਹੁਤ ਕੁਝ ਕਮਾਇਆ ਵੀ, ਪੋਤੇ ਪੋਤੀਆਂ ਵਾਸਤੇ ਇਕੱਠਾ ਵੀ ਕੀਤਾ। ਜਿਹੜਾ ਤੁਸੀਂ ਕਮਾਇਆ ਸੀ, ਇਕੱਠਾ ਕੀਤਾ ਸੀ, ਉਹ ਲੱਗਦਾ ਹੈ ਜੀ ਕਹਿੰਦੇ ਆ ਕੋਈ ਅੰਬਾਨੀ ਅਡਾਨੀ ਆ ਰਿਹਾ ਤੇ ਲੈ ਕੇ ਜਾਊਗਾ। ਉਹ ਤੇ ਦੀਦਾ ਹੀ ਐਸੇ ਕਰੇ ਤੇ ਅਸੀਂ ਮਰਨ ਨੂੰ ਤਿਆਰ ਹੋਏ ਆ। ਉਹ ਤਾਂ ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ, ਅਸੀਂ ਪਹਿਲਾਂ ਮਰਾਂਗੇ। ਬਿਲਕੁਲ, ਭਾਵੇਂ ਹੁਣੇ ਰੇਲ ਚਲਾ ਦੇਣ ਤੇ ਗਾੜੀ ਲੰਮੇ ਪਵਾਂਗੇ। ਅਸੀਂ ਮੋਦੀ ਨਹੀਂ ਰਹਿਣ ਦੇਣਾ, ਨਾ ਬਾਦਲ ਰਹਿਣ ਦੇਣਾ। ਜਦੋਂ ਬਾਦਲ ਦੀਆਂ ਦੇ ਬੇੜੀਆਂ 'ਚ ਵੱਟੇ ਪਏ ਆ, ਹੁਣ ਕਿਉਂ ਗੁਰਬਾਣੀ ਦੇ ਗ੍ਰੰਥ ਦੇ ਸਫੇ ਪਾੜੇ ਆ। ਹੁਣ ਮਾਨੂਗਾ ਆਂਦਾ ਮੈਂ ਸਿਖਾਣਾ, ਆਪ ਕਿਉਂ ਨਹੀਂ ਗਾ ਆਉਂਦਾ? ਉਦੋਂ ਸਿਖਾਣਾ ਕਿੱਥੇ ਗਿਆ ਸੀ ਉਹ? ਇਹ ਸਭ ਸਿੱਖਾਂ ਦੇ ਕਮਾਲ, ਇਹ ਜਿਹੜੇ ਪੜੀਆਂ ਦੇ ਬੈਣ ਵਾਲੇ ਦੁਸ਼ਮਣੀ। ਜੀ 80 ਸਾਲਾ ਬਜ਼ੁਰਗ
ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ। ਕਹਿੰਦੇ ਆਉਣ ਦਿਓ ਗੱਡੀ ਜਿਹੜੀ ਆਂਦੀ ਹੈ, ਪਰ ਇਹ ਸ਼ਾਇਦ ਸਾਡਾ ਇਤਿਹਾਸ, ਸਿੱਖੀ ਦਾ ਇਤਿਹਾਸ ਨਹੀਂ ਇਹਨਾਂ ਨੇ ਪੜ੍ਹਿਆ। ਪੰਜਾ ਸਾਹਿਬ ਦਾ ਇਤਿਹਾਸ ਇੱਕ ਵਾਰੀ ਪੜ੍ਹ ਕੇ ਦੇਖ ਲੈਣ। ਉਸ ਜਗ੍ਹਾ ਤੇ ਜਿੱਥੇ ਟ੍ਰੇਨਾਂ ਜਦੋਂ ਰੋਕੀਆਂ ਸੀ, ਜਦੋਂ ਕੈਦੀ ਆ ਰਹੇ ਸੀ, ਇੱਦਾਂ ਹੀ ਪਟੜੀਆਂ ਤੇ ਬੈਠੇ ਸੀ ਉਦੋਂ ਵੀ ਸਿੰਘ, ਔਰ ਟ੍ਰੇਨ ਜਿਹੜੀ ਸੀ, ਇੰਜਣ ਜਿਹੜੇ ਸੀ ਆਪਣੇ ਆਪ ਰੁਕ ਗਏ ਸੀ। ਫਰਾਟੇਦਾਰ ਫੁੱਲ ਸਪੀਡ ਨਾਲ ਆਉਂਦੀ ਟ੍ਰੇਨ ਜਿਹੜੀ ਸੀ, ਉਦੋਂ ਵੀ ਇਹਨਾਂ ਹੀ ਸਿੰਘਾਂ ਨੇ ਰੋਕੀ ਸੀ। ਸਾਡੇ ਹੀ ਵੱਡੇ ਵਡੇਰੇ ਸੀ ਜਿਨ੍ਹਾਂ ਨੇ ਰੋਕੀ ਹੈ। ਹੁਣ ਵੀ ਉਹਨਾਂ ਦਾ ਹੀ ਖੂਨ ਅੱਗੇ ਆਇਆ ਹੈ, ਔਰ ਇਹ ਟ੍ਰੇਨਾਂ ਜਿਹੜੀਆਂ ਨੇ ਇਹਦੇ ਚੱਕੇ ਜਾਮ ਜਿਹੜੇ ਆ ਉਹ ਇਹਨਾਂ ਨੇ ਕਰ ਦਿੱਤੇ ਨੇ ਜੀ। ਬਿਲਕੁਲ ਅਸੀਂ ਆਖਰੀ ਦੇ ਵਿੱਚ ਜੀ ਉੱਠ ਕੇ ਬਾਬੂ ਜੀ ਉੱਠ ਕੇ ਜਰਾ ਆਓ ਜੀ ਜਰਾ। ਵੀਰ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਦਿਲਬਾਗ ਸਿੰਘ ਚੀਮਾ ਜੀ। ਚੀਮਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਕਹਿਣਾ ਚਾਹੁੰਦਾ ਜੋ ਕੁਝ ਵੀ ਇਹ ਸੈਂਟਰ ਸਰਕਾਰ ਨੇ ਕੀਤਾ ਉਹ ਬਹੁਤ ਮਾੜਾ ਕੀਤਾ। ਸਾਡੇ ਬੱਚਿਆਂ ਅੱਗੇ ਸਾਡੀ ਹੁਣ ਜਿਹੜੇ ਕੰਡੇ ਬੀਜੇ ਨੇ ਤੇ ਅਸੀਂ ਉਹਨਾਂ ਅੱਗੇ ਕੰਡੇ ਬੀਜਣੇ ਨੇ ਹੁਣ, ਇਸ ਕਰਕੇ ਸਾਰੇ ਆਪਾਂ ਇਕੱਠ ਕੀਤਾ। ਅਸੀਂ ਦੱਸਦੇ ਹੀ ਉਹਨਾਂ ਨੂੰ ਵੀ ਸਾਡੇ 'ਚ ਵੀ ਕੋਈ ਏਕਤਾ ਹੈਗੀ ਹੈ। ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ, ਪਰ ਅਸੀਂ ਆਪਣੇ ਜ਼ਿਮੀਂਦਾਰਾਂ ਨਾਲ ਦਿਨ ਰਾਤ ਖੜੇ ਹਾਂ। ਅਸੀਂ ਵੈਸੇ ਤਾਂ ਕੌਮ ਨੇ ਕਦੀ ਕੰਡੇ, ਜੇ ਕਿਸੇ ਨੇ ਕੰਡੇ ਬੀਜੇ ਆ ਨਾ, ਅਸੀਂ ਤਾਂ ਕੰਡੇ ਤਹਿਸ ਨਹਿਸ ਕੀਤੇ ਆ। ਅਸੀਂ ਕਿਸੇ ਆਸਤੇ ਸੂਲਾਂ ਨਹੀਂ ਬੀਜੀਆਂ। ਨਾ ਅਸੀਂ ਸਾਰੇ ਦੇਸ਼ ਨੂੰ ਅੰਨਦਾਤਾ ਦੇਣ ਵਾਲੇ ਲੋਕਾਂ ਦੀ ਸਿਹਤਾਂ ਮੰਗਣ ਵਾਸਤੇ, ਖੁਸ਼ੀਆਂ ਮੰਗਣ ਵਾਸਤੇ ਆ। ਸਾਡੀ ਕੌਮ ਇਸ ਤਰ੍ਹਾਂ ਦੀ ਹੈ, ਪਰ ਮੋਦੀ ਸਾਹਿਬ ਨੇ ਸਾਡੀ ਕੌਮ ਨੂੰ ਬਹੁਤ ਰੋਲਿਆ। ਇਹ ਰੋਲਿਆ ਤੇ ਅਸੀਂ ਚੰਗੇ ਭਲੇ ਬੰਦੇ ਆ। ਫਿਰ ਇਹ ਕਹਿੰਦੇ ਅਨਪੜ੍ਹ, ਕੋਈ ਬੰਦਾ ਗ੍ਰੈਜੂਏਟੋਂ ਘੱਟ ਨਹੀਂਗਾ। ਮੈਂ ਪੋਸਟ ਗ੍ਰੈਜੂਏਟ ਹਾਂ, ਮੈਂ ਵੀ ਪੱਥਰਾਂ ਤੇ ਬੈਠਾ ਆ ਵੀ ਗ੍ਰੈਜੂਏਟ, ਸਾਰੇ ਪਤਾ। ਸਾਨੂੰ ਕੌਣ ਕਹਿਣ ਵਾਲਾ ਅਨਪੜ੍ਹ ਤੇ ਇਹ ਨੇ ਜਿਹਨਾਂ ਨੂੰ ਇਹ ਨਹੀਂ ਪਤਾ ਵੀ ਕਿਸਾਨੀ ਹੈ ਕੀ ਹੈ। ਦੱਸਣ ਸਹੀ ਆ ਕੇ ਵੀ ਕਣਕ ਕਿੰਨਾ ਬੀਜ ਪੈਂਦਾ ਕਿੱਲੇ 'ਚ, ਕਿੰਨਾ ਬਰਸਨ ਦਾ ਪੈਂਦਾ, ਦੱਸਣ ਸਹੀ ਆ ਕੇ। ਜਿਹੜਾ ਪਤਾ ਲੱਗਾ ਜਿਹੜਾ ਸਾਡਾ ਮੰਤਰੀ ਹੈ ਕੇਂਦਰੀ, ਉਹਨੂੰ ਤੇ ਉਹਦੀ ਜ਼ਮੀਨ ਹੀ ਹੈ ਨਹੀਂ। ਇਸ ਕਰਕੇ ਮੋਦੀ ਸਾਹਿਬ ਨੇ, ਸੈਂਟਰ ਗਵਰਨਮੈਂਟ ਨੇ ਨਹੀਂ ਚੰਗਾ ਕੰਮ ਕੀਤਾ, ਨਾ ਹੀ ਸਾਡੀਆਂ ਨੇ ਕੀਤਾ। ਕਿਹੜੇ ਲੀਡਰ ਦਾ ਮੁੰਡਾ ਇੱਥੇ ਆਇਆ ਜਿੰਨਾ ਮਗਰ ਅਸੀਂ ਵੋਟਾਂ ਪਾਉਂਦੇ ਫਿਰਨੇ ਆ? ਬਿਲਕੁਲ ਜੀ ਬਿਲਕੁਲ। ਸਾਡਾ ਜਿਹੜਾ ਜੀ ਦੱਸ ਦਿਓ ਬਾਬਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਉਹਦੇ ਬਾਅਦ ਫਤਿਹ ਬੁਲਾ ਰਿਹਾ ਜੀ, ਉੱਠ ਕੇ ਦੱਸ ਦਿਓ ਸਾਨੂੰ, ਕਿਉਂਕਿ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੋ ਰਿਹਾ। ਤੁਸੀਂ ਦੱਸ ਸਕਦੇ। ਇਹ ਜਿਹੜੇ ਸਾਨੂੰ ਆਗੂ ਮਿਲੇ ਆ, ਇਹ ਜ਼ਬਾਨ ਦੇ ਮੈਦਾਨ ਦੇ ਮਤਲਬ ਜਮੰਦਰੂ, ਕਿਉਂਕਿ ਇੱਕ ਨਹੀਂ, ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਇਹਨੇ ਰੱਜ ਕੇ ਝੂਠ ਬੋਲਿਆ। ਇਹਦੀ ਜ਼ਬਾਨ ਕੋਈ ਨਹੀਂ ਰਹੀ। ਜੇ ਇਹਨੇ ਕਿਹਾ ਕਰਜ਼ੇ ਮਾਫ ਕਰਾਂਗੇ, ਜਾਂ ਇਹਨੇ ਕਿਹਾ 2 ਕਰੋੜ ਨੂੰ ਨੌਕਰੀ ਦੇਵਾਂਗੇ, ਜਾਂ ਇਹਨੇ ਕਿਹਾ ਵੀ ਮਤਲਬ ਜਿਹੜੇ ਵੀ ਵਾਅਦੇ ਕੀਤੇ ਸਾਰੇ ਝੂਠੇ ਹੋਏ। 15 ਲੱਖ ਰੁਪਏ ਤੁਹਾਡੇ ਖਾਤਿਆਂ 'ਚ ਆਜੂ। ਜੇ ਸਾਡਾ ਜਿਹੜਾ ਕੈਪਟਨ ਸਾਹਿਬ ਆ ਉਹ ਵੀ ਮੈਦਾਨ ਦਾ, ਕਿਉਂਕਿ ਉਹਨੇ ਵੀ ਇਹੋ ਗੱਲ ਕਹੀ ਵੀ ਮਤਲਬ ਜੋ ਕਿਹਾ ਉਹ ਨਹੀਂ ਕੀਤਾ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤੇ ਮੁੱਕਰ ਗਿਆ। ਅੱਗੇ ਆ ਗਿਆ ਸੁੱਖਾ ਬਾਦਲ ਸਾਹਿਬ, ਉਹ ਵੀ ਮੈਦਾਨ ਜੇ ਗਏ ਉਹਨੇ ਮਰ ਚਲੇ, ਮਰ ਜਾਓ ਤੇ ਮਰਚੋ ਪਕੜ ਕੇ ਗ੍ਰਿਫਤਾਰ ਹੋ ਗਏ। ਸਾਨੂੰ ਇਹ ਜਿੰਨੇ ਆਗੂ ਟੱਕਰੇ ਆ ਮੈਦਾਨ ਦੇ ਜ਼ਬਾਨ ਬਿਲਕੁਲ ਅਸੀਂ ਤਾਂ ਨਹੀਂ ਕਹਿ ਸਕਾਂਗੇ। ਸੋ ਭਰਾ ਨੇ ਕਿਹਾ ਸਾਨੂੰ, ਇਹ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਸਾਨੂੰ, ਬਿਲਕੁਲ ਜੀ ਅਸੀਂ ਦਰਸ਼ਕਾਂ ਨੂੰ ਤਾਂ ਨਹੀਂ ਸੁਣਾ ਪਾਵਾਂਗੇ, ਪਰ ਤੁਸੀਂ ਜਿਨ੍ਹਾਂ ਨੂੰ ਸੁਣਾਣੀ ਹੀ ਸੁਣਾ ਦਿੱਤੀ ਹੈ, ਅਸੀਂ ਉਹਨਾਂ ਨੂੰ ਜੀ। ਵੇਖੋ ਜੀ, ਜੋ ਸਾਨੂੰ ਸਾਡੇ ਕਿਸਾਨ ਜਥੇਬੰਦੀਆਂ ਸਾਰਿਆਂ ਨੂੰ ਅਨਪੜ੍ਹ ਕਹਿ ਕੇ ਸਾਡਾ ਨਿਰਾਦਰ ਕਰ ਰਹੇ ਆ, ਅਸੀਂ ਇਹ ਗੱਲ ਜ਼ਰੂਰ ਕਵਾਂਗੇ ਵੀ ਸਾਡੇ ਕਿਸੇ ਵੀ ਭੈਣ ਭਰਾ ਨੂੰ, ਜੋ ਵੀ ਮੇਰੇ ਵੀਰ ਸਾਰੇ ਗ੍ਰੈਜੂਏਸ਼ਨ ਆ ਤੇ ਜਿੰਦਾਬਾਦ ਜੈ ਕਿਸਾਨ ਦਾ ਨਾਰਾ ਲਾਉਂਦੇ ਆ ਤੇ ਕਿਸਾਨ ਦੇ ਨਾਲ ਡਟ ਕੇ ਰਵਾਂਗੇ ਤੇ ਆਪਣਾ ਹੱਕ ਲੈ ਕੇ ਰਵਾਂਗੇ। ਆਪਣਾ ਹੱਕ ਲੈ ਕੇ ਰਹਿਣਗੇ। ਕਿਸਾਨਾਂ ਦਾ ਇੱਕੋ ਹੀ ਨਾਰਾ ਹੈ। ਔਰ ਆਖਰੀ ਦੇ ਵਿੱਚ ਕਿਉਂਕਿ ਸਮੇਂ ਦੀ ਭਾਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ, ਪਲੀਜ਼ ਦੱਸ ਦਿਓ। ਭਾਈ ਜੀ, ਮੈਂ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ, ਬਹੁਤ ਤੁਸੀਂ ਲਾਜਵਾਬ ਤੇ ਮੌਕੇ ਦੇ ਹਾਲਾਤ ਮੁਤਾਬਕ ਸਵਾਲ ਕੀਤੇ ਆ। ਮੈਂ ਉੱਥੇ ਕਹਾਂ, ਤੁਸੀਂ ਕਿਹਾ ਨਾ ਕਿ ਕੱਲ ਨੂੰ ਆਉਣ ਵਾਲੀਆਂ ਨਸਲਾਂ ਪੁੱਛਣਗੀਆਂ ਵੀ ਤੁਸੀਂ ਵਿਰੋਧ ਕਿੱਦਾਂ ਕੀਤਾ। ਸਭ ਤੋਂ ਵੱਡਾ ਜਿਹੜਾ ਸਵਾਲ ਲੀਡਰਸ਼ਿਪ ਤੇ ਤੁਸੀਂ ਗੱਲ ਕਰ ਰਹੇ ਨਾ, ਉਹ ਉਰਦੂ ਦਾ ਸ਼ੇਰ ਸੀ ਨਾ, ਤੂੰ ਬਤਾ ਕੇ ਕਾਫਲਾ ਕਿਉਂ ਲੁਟਾ, ਹਮੇ ਰਾਹ ਜਨੋਂ ਪੇ ਗਿਲਾ ਨਹੀਂ, ਤੇਰੀ ਰਹਿਬਰੀ ਪੇ ਸਵਾਲ ਹੈ। ਹੁਣ ਇਹ ਜਿਹੜੇ ਇਸ ਅੰਦੋਲਨ ਦਾ ਜਿਹੜਾ ਅੰਜਾਮ ਹੈ ਨਾ, ਇਹ ਰਹਿਬਰੀ ਤੇ ਟਿਕਿਆ ਹੋਇਆ ਵਾ। ਜੇ ਅੱਜ 31 ਯੂਨੀਅਨਾਂ ਇਕੱਠੀਆਂ ਹੋਈਆਂ, ਜੇ ਪੰਜਾਬ ਦਾ ਨਰੋਲ ਕਿਸਾਨ ਇਕੱਠਾ ਹੋ ਗਿਆ, 1 ਸਾਲ ਦੇ ਵਿੱਚ ਗੋਡਣੀਆਂ ਲੱਗ ਜਾਣਗੀਆਂ। ਜੋ ਸ਼ੇਰ ਤੁਸੀਂ ਕਹਿਣਾ ਵੀ ਤੇਰੀ ਰਹਿਬਰੀ ਪੇ ਮਲਾਲ ਹੈ, ਇਹਨੂੰ ਉੱਚੀ ਆਵਾਜ਼ ਨਾਲ ਸਲੋਲੀ ਜਰਾ ਅੰਦਾਜ਼ 'ਚ ਰਿਦਮ 'ਚ ਕਹਿ ਦਿਓ। ਤੂੰ ਬਤਾ ਕੇ ਕਾਫਲਾ ਕਿਉਂ ਲੁਟਾ, ਤੂੰ ਬਤਾ ਕਿ ਕਾਫਲਾ ਕਿਉਂ ਲੁਟਾ। ਮੋਦੀ ਬਾਦਲ ਸੁੱਖਿਆ ਤੂੰ ਦੱਸ, ਤੂੰ ਬਤਾ ਕੇ ਕਾਫਲਾ ਕਿਉਂ ਲੁਟਾ। ਹਮੇ ਰਹਿ ਜਨੋਂ ਪੇ ਗਿਲਾ ਨਹੀਂ, ਹਮੇ ਰਹਿ ਜਨੋਂ ਪੇ ਗਿਲਾ ਨਹੀਂ। ਲੁੱਟਣ ਵਾਲਿਆਂ ਤੇ ਸਾਡਾ ਕੋਈ ਇਤਰਾਜ਼ ਨਹੀਂ ਆ। ਤੇਰੀ ਰਹਿਬਰੀ ਪੇ ਮਲਾਲ ਹੈ। ਤੇਰੀ ਲੀਡਰਸ਼ਿਪ ਦੀ ਕੁਆਲਿਟੀ ਤੇ, ਤੇਰੀ ਨੀਅਤ ਤੇ, ਤੇਰੀ ਕਰਤੂਤ ਤੇ
ਸਾਡੀ ਸ਼ਿਕਾਇਤ ਹੈ। ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਕਿਸਾਨ ਵੀਰਾਂ ਦਾ, ਕਿਸਾਨ ਜਥੇਬੰਦੀਆਂ ਦਾ। ਸੋ ਅਸੀਂ ਗੁਰਦਾਸਪੁਰ ਤੋਂ ਦਿਖਾ ਰਹੇ ਸੀ ਤੁਹਾਨੂੰ ਲਾਈਵ ਤਸਵੀਰਾਂ, ਸਿੱਧੀਆਂ ਤਸਵੀਰਾਂ ਜਿਹੜੀਆਂ ਤੁਸੀਂ ਆਪਣੇ ਟੀਵੀ ਚੈਨਲ ਤੇ ਟੀਵੀ ਸਕਰੀਨ ਤੇ ਦੇਖ ਰਹੇ ਹੋ। ਸੋ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਬੈਠੇ ਹੋਏ ਇਹ ਕਿਸਾਨ ਵੀਰ ਨੇ ਜਿਹੜੇ ਲੋਹੇ ਦੀਆਂ ਪਟੜੀਆਂ ਤੇ ਨੁਕੀਲੇ ਪੱਥਰਾਂ ਦੇ ਉੱਪਰ ਡਟੇ ਹੋਏ ਨੇ, ਬੈਠੇ ਹੋਏ ਨੇ। ਔਰ ਇਹਨਾਂ ਦਾ ਸਿੱਧਾ ਸਵਾਲ ਹੈ ਕਿ ਹੁਣ ਲੜਾਈ ਆਰ ਪਾਰ ਦੀ ਹੈ, ਪਰ ਨਤੀਜਾ ਫਿਰ ਉਹੀ ਹੈ ਕਿ ਕਿਤੇ ਰਹਿਬਰੀ ਤੇ ਮਲਾਲ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਪਾਸੇ ਨੂੰ ਬੈਠੇਗਾ ਔਰ ਨਤੀਜੇ ਕੀ ਹੋਣਗੇ, ਸਮਾਂ ਲੱਗੇਗਾ, ਪਰ ਉਮੀਦ ਹੈ ਨਤੀਜੇ ਸਾਰਥਕ ਹੋਣਗੇ।